ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਝਿੰਗਰਣ ਹੁਤੇ ਸੋ ਜਾਤ ਕੇ ਬਾਲਾ ਕਿਸ਼ਨਾ ਨਾਮ ਸੰਸਕ੍ਰਿਤ ਵਿਦਿਆ ਬਿਖੈ ਪੰਡਿਤ ਬੜ ਅਬਿਰਾਮ। ਝਿੰਗਰਣ ਹੁਤੇ ਸੋ ਜਾਤ ਕੇ ਬਾਲਾ ਕਿਸ਼ਨਾ ਨਾਮ। ਸੱਚੇ ਪਾਤਸ਼ਾਹ ਸਤਿਗੁਰੂ ਜੀ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਆਪਣੇ ਮਾਲਕ ਆਪਣੇ ਸਤਿਗੁਰੂ ਸਾਰੇ ਸੁੱਖਾਂ ਨੂੰ ਦੇਣ ਵਾਲੇ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਬੈਠੇ ਹੋਏ ਹੋ। ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਕੁਝ ਸਮਾਂ ਗੁਰੂ ਸਾਹਿਬ ਜੀ ਦੀ ਪਵਿੱਤਰ ਕਥਾ ਜੋ ਆਪਾਂ ਹਰ ਰੋਜ਼ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਹਾਂ ਉਹ ਸਰਵਣ ਕਰਨੀ ਹੈ। ਆਓ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਆਪ ਜੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਦੀਨ ਦੁਨੀਆ ਨੂੰ ਤਾਰ ਰਹੇ ਹਨ। ਗੁਰੂ ਜੀ ਦਾ ਇੱਕ ਇੱਕ ਜਿਹੜਾ ਬਚਨ ਹੈ ਨਾ ਉਹ ਇਕੱਲੇ ਇੱਕ ਵਿਅਕਤੀ ਵਾਸਤੇ ਨਹੀਂ ਹੈਗਾ। ਗੁਰੂ ਜੀ ਦਾ ਬਚਨ ਸਾਡੇ ਸਾਰਿਆਂ ਵਾਸਤੇ ਹੈ ਜੀ। ਤੁਸੀਂ ਸੁਣਿਆ ਦੋ ਸਿੱਖ ਮਹਾਰਾਜ ਜੀ ਦੇ ਕੋਲ ਆਏ ਜੀ। ਉਹਨਾਂ ਦੇ ਨਾਮ ਵੀ ਕੱਲ੍ਹ ਆਪ ਜੀ ਨੇ ਸਰਵਣ ਕੀਤੇ ਸਨ। ਭਾਈ ਪੈੜਾ ਜੀ ਤੇ ਭਾਈ ਦੁਰਗਾ ਜੀ। ਭਾਈ ਪੈੜਾ ਜੀ ਤੇ ਭਾਈ ਦੁਰਗਾ ਜੀ ਭਲੇ ਸੁਭਾਅ ਦੇ ਨੇ ਜੀ। ਸਤਿਗੁਰੂ ਜੀ ਦੇ ਕੋਲ ਆਏ, ਆ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਹੇ ਗੁਰੂ ਅਰਜਨ ਦੇਵ ਮਹਾਰਾਜ, ਮਹਾਰਾਜ ਕੋਈ ਐਸਾ ਉਪਦੇਸ਼ ਬਖਸ਼ਿਸ਼ ਕਰੋ ਜਿਸ ਨਾਲ ਸਾਡੇ ਕਲੇਸ਼ ਕੱਟੇ ਜਾਣ। ਮਹਾਰਾਜ ਨੇ ਫਿਰ ਇਹਨਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਕਹਿਣ ਲੱਗੇ, ਭਾਈ ਲੰਗਰ ਛਕਾਇਆ ਕਰੋ, ਗੁਰਸਿੱਖਾਂ ਦੀ ਸੇਵਾ ਕਰਿਆ ਕਰੋ, ਲੋੜਵੰਦਾਂ ਨੂੰ ਬਸਤਰ ਦਿਆ ਕਰੋ। ਮਹਾਰਾਜ ਕਹਿਣ ਲੱਗੇ, ਜੋ ਤੁਹਾਨੂੰ ਮਿਲਿਆ ਹੈ ਨਾ ਤੁਹਾਨੂੰ ਤੁਹਾਡੇ ਪਿਛਲੇ ਜਨਮਾਂ ਦੇ ਪੁੰਨਾਂ ਕਰਕੇ ਮਿਲਿਆ ਹੈ ਜੀ। ਕੋਈ ਵੀ ਵਿਅਕਤੀ ਹੈ ਜੋ ਸਾਨੂੰ ਪ੍ਰਾਪਤ ਹੋਇਆ ਹੈ ਇਹ ਸਭ ਪਿਛਲੇ ਜਨਮਾਂ ਦੇ ਪੁੰਨਾਂ ਕਰਕੇ ਪ੍ਰਾਪਤ ਹੋਇਆ ਹੈ ਜੀ। ਜਿਨ੍ਹਾਂ ਦੇ ਪੁੰਨ ਜ਼ਿਆਦਾ ਨੇ
ਉਹਨਾਂ ਨੂੰ ਸੰਗਤ ਜੀ ਜ਼ਿਆਦਾ ਪਦਾਰਥ ਮਿਲੇ ਆ, ਜਿਨ੍ਹਾਂ ਦੇ ਥੋੜੇ ਨੇ ਉਹਨਾਂ ਨੂੰ ਥੋੜੇ ਪਦਾਰਥ ਮਿਲੇ ਆ। ਪਰ ਚੇਤਾ ਰੱਖਿਓ, ਹਰ ਇੱਕ ਵਿਅਕਤੀ ਦੇ ਪੁੰਨ ਨੇ ਉਹਨੂੰ ਮਾਨਸ ਦੇਹ ਮਿਲੀ ਹੈ ਜੀ, ਮਨੁੱਖਾ ਸਰੀਰ ਮਿਲਿਆ ਹੈ ਜੀ। ਮਨੁੱਖਾ ਸਰੀਰ ਐਵੇਂ ਨਹੀਂ ਪ੍ਰਾਪਤ ਹੁੰਦਾ, ਵੱਡੇ ਪੁੰਨਾਂ ਦੇ ਨਾਲ ਪ੍ਰਾਪਤ ਹੁੰਦਾ ਹੈ, ਵੱਡੇ ਪੁੰਨਾਂ ਨਾਲ ਜੀ। ਗੱਜ ਕੇ ਆਖੋ ਵਾਹਿਗੁਰੂ। ਵੱਡੇ ਪੁੰਨਾਂ ਦੇ ਨਾਲ ਜੀ। ਮਹਾਰਾਜ ਬਾਣੀ 'ਚ ਲਿਖਦੇ ਆ, ਮਹਾਰਾਜ ਕਹਿੰਦੇ ਬੜੇ ਪੁੰਨ ਤੈਨੂੰ ਤੇਰੇ ਇਕੱਠੇ ਹੋਏ, ਤੈਨੂੰ ਮਨੁੱਖਾ ਸਰੀਰ ਦੀ ਪ੍ਰਾਪਤੀ ਹੋਈ ਹੈ। ਤੇ ਹੁਣ ਮਨੁੱਖਾ ਸਰੀਰ ਮਿਲਿਆ ਕਿਹਦੇ ਵਾਸਤੇ ਹੈ? ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਹਿਗੁਰੂ ਜੀ ਨੂੰ ਮਿਲਣ ਦੀ ਵਾਰੀ ਮਿਲੀ ਹੈ ਜੀ। ਕਈ ਤੇ ਸੰਗਤ ਜੀ ਇਸ ਗੱਲ ਨੂੰ ਸਮਝ ਲੈਂਦੇ ਆ, ਕਈ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਨਹੀਂ ਇਸ ਗੱਲ ਨੂੰ ਸਮਝ ਸਕੇ ਜੀ। ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਨਹੀਂ ਇਸ ਗੱਲ ਨੂੰ ਸਮਝ ਸਕੇ। ਭਾਗਾਂ ਦੀ ਖੇਡ ਹੈਗੀ ਹੈ ਜੀ, ਵੀ ਮਨੁੱਖਾ ਸਰੀਰ ਜਿਹੜਾ ਉਹ ਵਾਹਿਗੁਰੂ ਦੀ ਪ੍ਰਾਪਤੀ ਲਈ ਮਿਲਿਆ। ਉਹਨਾਂ ਨੇ ਮਨੁੱਖਾ ਸਰੀਰ ਨਾ ਜੀ ਐਂਟਰਟੇਨਮੈਂਟ ਵਾਸਤੇ ਹੀ ਰੱਖਿਆ ਜੀ, ਸਮਝਿਆ? ਮਨੋਰੰਜਨ ਕਰਨ ਲਈ ਮਨੁੱਖਾ ਸਰੀਰ ਮਿਲਿਆ ਸਾਨੂੰ ਜੀ। ਰਹੋ ਵਿਚਾਰ, ਮਹਾਰਾਜ ਨੇ ਉਹਨਾਂ ਨੂੰ ਲੰਗਰ ਲਾਉਣ ਦਾ, ਬਸਤਰ ਭੇਟਾ ਕਰਨ ਦਾ ਉਪਦੇਸ਼ ਦਿੱਤਾ, ਔਰ ਸਭ ਕੁਝ ਲੰਗਰ ਲਾ ਕੇ ਬਸਤਰ ਦੇ ਕੇ ਮਹਾਰਾਜ ਕਹਿੰਦੇ ਇਹ ਨਹੀਂ ਸਮਝਣਾ ਵੀ ਮੇਰੇ ਹੈ, ਇਹ ਸਮਝਣਾ ਵਾਹਿਗੁਰੂ ਜੀ ਦੇ ਹੈ ਜੀ। ਵਾਹਿਗੁਰੂ ਦਾ ਦਿੱਤਾ ਮੈਂ ਦੇ ਰਿਹਾ ਹਾਂ, ਜੇ ਵਾਹਿਗੁਰੂ ਮੈਨੂੰ ਦਿੰਦਾ ਹੀ ਨਾ ਤੇ ਮੈਂ ਕਿੱਥੋਂ ਦੇਣਾ ਸੀ ਅੱਗੇ ਜੀ। ਇਸੇ ਤਰ੍ਹਾਂ ਭਾਈ ਪੈੜਾ ਜੀ ਤੇ ਭਾਈ ਦੁਰਗਾ ਜੀ ਕਰਨ ਲੱਗ ਪਏ, ਬਾਣੀ ਪੜ੍ਹਨ ਲੱਗ ਪਏ, ਨਾਮ ਜਪਣ ਲੱਗ ਪਏ, ਸੰਗਤ ਦੀ ਸੇਵਾ ਕਰਨ ਲੱਗ ਪਏ। ਉਹਨਾਂ ਦਾ ਭਲਾ ਹੋ ਗਿਆ ਜੀ, ਭਲਾ ਹੋ ਗਿਆ। ਸੰਗਤ ਜੀ, ਆਪਾਂ ਗੁਰੂ ਜੀ ਦਾ ਇੱਕ ਹੀ ਬਚਨ ਸੁਣ ਕੇ ਮੰਨਣ ਲੱਗ ਪਈਏ ਨਾ ਜੀ, ਤਾਂ ਵੀ ਬੜਾ ਭਲਾ ਹੋ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਵੀ ਬਚਨ ਸੁਣ ਕੇ ਮੰਨਣ ਲੱਗ ਪਈਏ, ਸਾਡਾ ਭਲਾ ਹੋ ਜਾਂਦਾ ਜੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ, ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਨਾਲ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਝਿੰਗਰਣ ਹੁਤੇ ਸੋ ਜਾਤ ਕੇ, ਬਾਲਾ ਕਿਸ਼ਨਾ ਨਾਮ। ਇਹ ਦੋ ਬ੍ਰਾਹਮਣਾਂ ਦੇ ਨਾਮ ਤੁਸੀਂ ਸੁਣੇ ਆ, ਆਖੋ ਵਾਹਿਗੁਰੂ। ਵਾਹਿਗੁਰੂ। ਦੋ ਬ੍ਰਾਹਮਣਾਂ ਦੇ ਨਾਮ ਸੁਣੇ ਆ। ਦੋ ਬ੍ਰਾਹਮਣਾਂ ਦੇ ਨਾਮ ਸੁਣੇ। ਇੱਕ ਦਾ ਨਾਮ ਕੀ ਹੈ? ਭਾਈ ਬਾਲਾ ਜੀ। ਇੱਕ ਦਾ ਨਾਮ ਹੈ ਭਾਈ ਕ੍ਰਿਸ਼ਨਾ ਜੀ। ਬ੍ਰਾਹਮਣਾਂ ਦੀ ਗੋਤ ਹੈ ਜੀ ਇੱਕ, ਉਸ ਗੋਤ ਨੂੰ ਝਿੰਗਰਣ ਗੋਤ ਕਹਿੰਦੇ ਆ ਜੀ। ਝਿੰਗਰਣ ਗੋਤ ਜੀ, ਹਾਂਜੀ। ਝਿੰਗਰਣ ਗੋਤ ਦੇ ਦੋ ਬ੍ਰਾਹਮਣ ਨੇ ਜੀ, ਹਾਂਜੀ। ਸੰਸਕ੍ਰਿਤ ਵਿਦਿਆ ਬਿਖੈ, ਪੰਡਿਤ ਬੜ ਅਵਿਰਾਮ। ਹੁਣ ਬ੍ਰਾਹਮਣ ਜਿਹੜੇ ਆ ਉਹ ਵਿਦਿਆ ਬੜੀ ਪੜ੍ਹਦੇ ਆ। ਪਹਿਲੇ ਸਮੇਂ ਵਿੱਚ ਕਥਾ ਕਰਨ ਦਾ, ਉਪਦੇਸ਼ ਦੇਣ ਦਾ ਜਿਹੜਾ ਕੰਮ ਸੀ ਨਾ, ਉਹ ਬੰਦਾ ਕਰ ਸਕਦਾ ਸੀ ਜਿਹੜਾ ਬ੍ਰਾਹਮਣਾਂ ਦੀ ਜਾਤ 'ਚ ਜਿਹਨੇ ਜਨਮ ਲਿਆ ਹੈ ਜੀ। ਦੂਜਾ ਬੰਦਾ ਨਹੀਂ ਸੀ ਕਰ ਸਕਦਾ ਜੀ। ਇਹਨਾਂ ਨੇ ਵਿਦਿਆ ਬਹੁਤ ਪੜ੍ਹੀ ਜੀ, ਸੰਸਕ੍ਰਿਤ ਦੀ ਵਿਦਿਆ ਪੜ੍ਹੀ ਜੀ। ਉਸ ਵਿਦਿਆ ਦੇ ਵਿੱਚ ਵਿਦਵਾਨ ਬਣੇ, ਬਹੁਤ ਸ੍ਰੇਸ਼ਟ ਬਣ ਗਏ, ਸਿਆਣੇ ਬਣ ਗਏ ਜੀ, ਹਾਂਜੀ। ਚੌਪਈ। ਸੋ ਜਬ ਕਥਾ ਕਰਤ ਨਰ ਮਾਹੀ। ਹੁਣ ਉਹ ਦੋਵੇਂ ਹੀ ਕਥਾ ਕਰਦੇ ਜੀ। ਕੀ ਨਾਮ ਜੀ? ਬਾਲਾ ਤੇ ਕ੍ਰਿਸ਼ਨਾ। ਬਾਲੇ ਨੇ ਵੀ ਕਥਾ ਕਰਕੇ ਆਉਣੀ ਤੇ ਕ੍ਰਿਸ਼ਨੇ ਨੇ ਵੀ ਕਥਾ ਕਰਕੇ ਆਉਣੀ ਜੀ। ਬੜੇ ਮਨੁੱਖਾਂ 'ਚ ਕਥਾ ਕਰਨੀ ਜੀ ਇਹਨਾਂ ਨੇ, ਇਕੱਠੇ ਹੀ ਪੜ੍ਹੇ ਸੀਗੇ ਜੀ, ਹਾਂਜੀ। ਸੁਨਹਿ ਬ੍ਰਿੰਦ ਉਰ ਹਰਖ ਉਪਾਹੀ। ਜਦੋਂ ਲੋਕਾਂ ਨੇ ਉਹਨਾਂ ਦੇ ਮੁਖੋਂ ਕਥਾ ਸੁਣਨੀ ਨਾ, ਲੋਕਾਂ ਬਹੁਤ ਖੁਸ਼ ਹੋਣਾ ਜੀ, ਬਹੁਤ ਖੁਸ਼ ਹੋਣਾ।
ਉਹਨਾਂ ਦੇ ਮੁਖੋਂ ਕਥਾ ਸੁਣ ਕੇ ਜੀ, ਵਿਦਵਾਨ ਸਨ ਜੀ, ਵਿਦਿਆ ਦੇ ਜਿਹੜੇ ਸ਼ੌਕੀਨ ਨੇ, ਉਹ ਵਿਦਿਆ ਦੀਆਂ ਗੱਲਾਂ ਸੁਣਨੀਆਂ ਚੰਗੀਆਂ ਲੱਗਦੀਆਂ ਉਹਨਾਂ ਨੂੰ। ਹਾਂਜੀ, ਆਛੀ ਰੀਤ ਸੁਨਾਵਨ ਕਰਹੀ। ਫਿਰ ਇਹਨਾਂ ਦੋਵਾਂ ਦਾ ਲਹਿਜਾ ਬਹੁਤ ਵਧੀਆ ਸੀਗਾ ਕਥਾ ਕਰਨ ਦਾ ਜੀ। ਬੜੀ ਸੋਹਣੀ ਰੀਤੀ ਦੇ ਅਨੁਸਾਰ ਕਥਾ ਕਰਨੀ, ਜਿਹੜੀ ਕਿਸੇ ਦੇ ਪੱਲੇ ਪਵੇ, ਕਿਸੇ ਨੂੰ ਸਮਝ ਆਵੇ ਜੀ। ਹਾਂਜੀ, ਰੀਜੈ ਹੈ ਸਗਰੇ ਸੁਜਸ ਉਚਰਹੀ। ਜਦੋਂ ਇਹਨਾਂ ਨੇ ਕਥਾ ਕਰਨੀ ਨਾ ਜੀ, ਲੋਕਾਂ ਨੇ ਖੁਸ਼ ਹੋ ਜਾਣਾ ਜੀ। ਇਹਨਾਂ ਦੀਆਂ ਸਿਫਤਾਂ ਕਰਨੀਆਂ, ਵਡਿਆਈਆਂ ਕਰਨੀਆਂ, ਵੀ ਤੁਸੀਂ ਬਹੁਤ ਸੋਹਣੀ ਕਥਾ ਕੀਤੀ ਹੈ, ਬਹੁਤ ਸੋਹਣੀ ਕਥਾ ਕੀਤੀ ਹੈ। ਹਾਂਜੀ, ਤਿਨਹੋਂ ਪਿਖੇ ਸਿੱਖ ਜਾਤ ਕਨੇਰੇ। ਇਹਨਾਂ ਦੋਵਾਂ ਨੇ ਨਾ ਜੀ ਗੁਰਸਿੱਖਾਂ ਨੂੰ ਵੇਖ ਲਿਆ। ਗੱਜ ਕੇ ਆਖੋ ਵਾਹਿਗੁਰੂ। ਗੁਰਸਿੱਖਾਂ ਦੇ ਦਰਸ਼ਨ ਕੀਤੇ ਜੀ ਇਹਨਾਂ ਨੇ। ਸਿੱਖ ਰੰਗ ਵਿੱਚ ਰੰਗੇ ਪਏ, ਨਾਮ ਜਪਣ ਵਾਲੇ, ਕਮਾਈ ਵਾਲੇ ਗੁਰਸਿੱਖਾਂ ਨੂੰ ਵੇਖਿਆ, ਦਰਸ਼ਨ ਕੀਤੇ ਜੀ ਇਹਨਾਂ ਨੇ। ਬਾਂਸ਼ਤ ਪਾਏ ਗੁਰੂ ਮੁਖ ਹੇਰੇ। ਇਹਨਾਂ ਨੇ ਫਿਰ ਪਤਾ ਕੀਤਾ ਵੀ ਇਹ ਕੌਣ ਨੇ। ਸਾਰੀ ਗੱਲ ਦਾ ਪਤਾ ਲੱਗਾ, ਇਹ ਗੁਰੂ ਅਰਜਨ ਦੇਵ ਜੀ ਦੇ ਸਿੱਖ ਨੇ, ਤੇ ਜੋ ਵੀ ਮੰਗਣ ਗੁਰੂ ਅਰਜਨ ਦੇਵ ਮਹਾਰਾਜ ਕੋਲੋਂ ਉਹ ਇਹਨਾਂ ਨੂੰ ਮਿਲ ਜਾਂਦਾ ਹੈ। ਇਹਨਾਂ ਨੂੰ ਆਤਮਿਕ ਸੁੱਖ ਮਿਲਿਆ ਹੋਇਆ ਹੈ। ਦੋਵਾਂ ਬ੍ਰਾਹਮਣਾਂ ਨੇ ਗੁਰਸਿੱਖਾਂ ਦੇ ਜੀਵਨ ਵੇਖਣੇ ਜੀ। ਹਾਂਜੀ, ਸੁਨ ਉਪਦੇਸ਼ ਤਿਆਗ ਲਬ ਰੋਸ। ਹਾਂਜੀ, ਧਰੈ ਹਿਰਦੈ ਮੈਂ ਸਤ ਸੰਤੋਸ਼। ਇਹਨਾਂ ਨੇ ਵੇਖਿਆ ਗੁਰਸਿੱਖ ਆਪਣੇ ਗੁਰੂ ਜੀ ਦਾ ਉਪਦੇਸ਼ ਸੁਣ ਕੇ ਆਉਂਦੇ ਆ, ਕਥਾ ਸੁਣ ਕੇ ਆਉਂਦੇ ਆ, ਤੇ ਹਿਰਦੇ ਵਿੱਚੋਂ ਲੱਭ ਛੱਡ ਕੇ ਕ੍ਰੋਧ ਛੱਡ ਦਿੰਦੇ ਆ, ਲੋਭ ਛੱਡ ਦਿੰਦੇ ਆ। ਇੱਥੋਂ ਤੱਕ ਜੀਵ ਦਾ ਚਸਕਾ ਵੀ ਸਿੱਖਾਂ ਨੇ ਛੱਡਿਆ ਹੋਇਆ ਜੀ। ਲੱਭ ਨਾਮ ਚਸਕੇ ਦਾ ਵੀ ਹੈ ਨਾ ਜੀ। ਹਾਂਜੀ, ਇਤਿਆਦਿਕ ਗੁਣ ਹਿਰਦੈ ਵਿਚਾਰੇ। ਧਰਹਿ ਹਿਰਦੇ ਮਹਿ ਸਤ ਸੰਤੋਸ਼। ਫਿਰ ਸਿੱਖ ਗੁਰੂ ਦੇ ਸੰਤੋਖੀ ਨੇ, ਜਿੰਨਾ ਕੁ ਮਿਲ ਜੇ ਉਹਨਾਂ ਕੁ ਛਕ ਲੈਂਦੇ ਆ। ਫਿਰ ਇਹਨਾਂ ਦੇ ਹਿਰਦੇ 'ਚ ਸੱਤ ਹੈ, ਸੱਚ ਹੈ, ਤੇ ਗੁਰਸਿੱਖਾਂ ਦੇ ਮਨਾਂ ਵਿੱਚ ਸ਼ਾਂਤੀ ਹੈ। ਗੱਜ ਕੇ ਆਖੋ ਵਾਹਿਗੁਰੂ। ਸਿੱਖਾਂ ਦੇ ਜੀਵਨ ਵੇਖਿਆ ਕਰਨੇ ਜੀ। ਅੱਜ ਘਾਟ ਪਤਾ ਕੀ ਆ ਰਹੀ ਹੈ? ਸਿੱਖੀ ਸੁਣਾਉਣ ਵਿੱਚ ਤੇ ਬਹੁਤ ਹੈਗੀ ਹੈ, ਸੁਣਨ ਵਿੱਚ ਵੀ ਬੜੀ ਸਿੱਖੀ ਮਿਲ ਜਾਂਦੀ ਹੈ। ਵੇਖਣ ਵਿੱਚ ਗੁਰੂ ਜੀ ਦੀ ਸਿੱਖੀ ਘੱਟ ਮਿਲ ਰਹੀ ਹੈ ਜੀ। ਹਾਂਜੀ, ਕੋਈ 100 500 ਸਿੱਖਾਂ ਤੋਂ ਬਾਅਦ, ਸਿੰਘਾਂ ਤੋਂ ਬਾਅਦ ਇੱਕ ਅੱਧਾ ਸਿੰਘ ਮਿਲਦਾ ਜਿਹੜਾ ਰਹਿਤ ਵਾਲਾ ਹੋਵੇ ਜੀ, ਜਿਹੜਾ ਪਿਆਰ ਵਾਲਾ ਹੋਵੇ ਜੀ। ਇਹਨਾਂ ਨੇ ਗੁਰਸਿੱਖਾਂ ਦੇ ਦਰਸ਼ਨ ਕਰਨੇ, ਵੇਖਣਾ ਵੀ ਗਿਆਨੀ ਤੇ ਅਸੀਂ ਹੈਗੇ ਆ, ਪਰ ਸਤ ਸੰਤੋਖ ਇਹਨਾਂ ਦੇ ਮਨ ਵਿੱਚ ਹੈਗਾ। ਹਾਂਜੀ, ਇਤਿਆਦਿਕ ਗੁਣ ਹਿਰਦੈ ਵਿਚਾਰੇ। ਹੁਣ ਇਹਨਾਂ ਨੇ ਇਹ ਗੁਣ ਹਿਰਦੇ 'ਚ ਵਿਚਾਰੇ ਸਿੱਖਾਂ ਦੇ। ਸਾਦਾ ਛਕਦੇ ਆ, ਸੱਚ ਬੋਲਦੇ ਆ, ਕ੍ਰੋਧ ਨਹੀਂ ਇਹਨਾਂ ਨੂੰ ਆਉਂਦਾ, ਲੋਭ ਨਹੀਂ ਇਹਨਾਂ ਦੇ ਅੰਦਰ ਹੈਗਾ, ਸੰਤੋਖ ਹੈਗਾ, ਆਪਣੇ ਗੁਰੂ ਤੋਂ ਜਾਣ ਵਾਰਨ ਵਾਸਤੇ ਤਿਆਰ ਹੈਗੇ। ਤੇ ਸਭ ਤੋਂ ਵੱਡੀ ਗੱਲ, ਗੁਰਸਿੱਖਾਂ ਦੇ ਮਨਾਂ ਵਿੱਚ ਸੱਤ ਹੈਗਾ। ਇਹ ਗੁਣ ਇਹਨਾਂ ਨੇ ਵਿਚਾਰੇ ਆਪਣੇ ਮਨ 'ਚ। ਹਾਂਜੀ, ਗੁਰ ਦਰਸ਼ਨ ਕੇ ਹੇਤ ਸਿਧਾਰੇ। ਤੇ ਦੋਵਾਂ ਬ੍ਰਾਹਮਣਾਂ ਨੇ ਮਿਲ ਕੇ ਸਲਾਹ ਕੀਤੀ, ਅਸੀਂ ਵੀ ਗੁਰੂ ਅਰਜਨ ਦੇਵ ਜੀ ਦੇ ਜਾ ਕੇ ਦਰਸ਼ਨ ਕਰੀਏ। ਗੱਜ ਕੇ ਆਖੋ ਵਾਹਿਗੁਰੂ। ਸਾਡੇ ਮਨਾਂ ਨੂੰ ਵੀ ਸ਼ਾਂਤੀ ਪਹੁੰਚੇ। ਵੇਖ ਲੋ, ਜਿਹੜੇ ਲੋਕਾਂ ਨੂੰ ਕਥਾ ਸੁਣਾਉਂਦੇ ਸੀਗੇ ਜੀ, ਜਿਹੜੇ ਦੁਨੀਆ ਨੂੰ ਗਿਆਨ ਸੁਣਾਉਂਦੇ ਸੀ ਨਾ, ਉਹ ਮਹਾਰਾਜ ਦੇ ਦਰਸ਼ਨਾਂ ਲਈ ਆ ਰਹੇ ਨੇ ਜੀ। ਆਏ ਜੀ ਅੰਮ੍ਰਿਤਸਰ। ਸ਼੍ਰੀ ਅਰਜਨ ਕੇ ਢਿਗ ਚੱਲ ਆਏ। ਤੇ ਆਏ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ ਜੀ। ਫਿਰ
ਆਖੋ ਵਾਹਿਗੁਰੂ। ਵਾਹਿਗੁਰੂ। ਨਮੋ ਠਾਨ ਬੈਠੇ ਸਮੁਹਾਏ। ਹੁਣ ਪੜ੍ਹੇ ਲਿਖੇ ਆ, ਵਿਦਵਾਨ ਨੇ, ਸੰਗਤ ਵਿੱਚ ਉੱਠਣਾ ਕਿਵੇਂ, ਬੈਠਣਾ ਕਿਵੇਂ, ਬੋਲਣਾ ਕਿਵੇਂ, ਜਾਚ ਹੈਗੀ ਇਹਨਾਂ ਨੂੰ ਜੀ। ਆਏ, ਆ ਕੇ ਇਹਨਾਂ ਗੁਰੂ ਅਰਜਨ ਸਾਹਿਬ ਜੀ ਨੂੰ ਨਮਸਕਾਰ ਕੀਤੀ, ਨਮਸਕਾਰ ਕਰਕੇ ਸੰਗਤ ਵਿੱਚ ਬੈਠ ਗਏ ਜੀ। ਹਾਂ, ਬੋਲੇ ਬਾਹਰ ਆਪ ਸਤਿਗੁਰ ਹੋ। ਸੰਗਤਾਂ ਨਮਸਕਾਰ ਕਰ ਕਰਕੇ ਜਾ ਰਹੀਆਂ, ਇਹਨਾਂ ਨੂੰ ਵੀ ਮੌਕਾ ਮਿਲ ਗਿਆ ਜੀ ਗੱਲ ਕਰਨ ਦਾ ਜੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਕਹਿਣ ਲੱਗੇ, ਕਹਿੰਦੇ ਜੀ ਤੁਸੀਂ ਗੁਰੂ ਸਾਹਿਬ ਹੋ, ਕਹਿਣ ਲੱਗੇ ਤੁਸੀਂ ਗੁਰੂ ਹੋ। ਉਪਦੇਸ਼ੋ ਗੁਣ ਸਿੱਖਨ ਉਰਹੋ। ਕਹਿਣ ਲੱਗੇ ਮਹਾਰਾਜ ਤੁਹਾਡੇ ਦਰਸ਼ਨ ਕੀਤੇ, ਅਸੀਂ ਤੁਹਾਡੇ ਸਿੱਖਾਂ ਦੇ ਦਰਸ਼ਨ ਕੀਤੇ ਆ, ਸਾਨੂੰ ਪਤਾ ਲੱਗ ਗਿਆ ਤੁਸੀਂ ਸਤਿਗੁਰੂ ਹੋ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਥੋੜਾ ਜਿਹਾ ਫਰਕ ਹੈਗਾ ਜੀ। ਜਿਹਦੇ ਕੋ ਥੋੜਾ ਬਹੁਤਾ ਪੜ੍ਹੀਏ, ਕੋਈ ਗੁਣ ਲਈਏ, ਉਹਨੂੰ ਗੁਰੂ ਹੀ ਕਹਿ ਲੈਂਦੇ ਆ ਜੀ। ਗੁਰੂ ਜਾਂ ਉਸਤਾਦ। ਹਾਂਜੀ, ਟੀਚਰ ਸ਼ਬਦ ਤੇ ਅੰਗਰੇਜ਼ੀ ਦਾ ਹੈ ਜੀ, ਪੰਜਾਬੀ 'ਚ ਤੇ ਆਪਾਂ ਗੁਰੂ ਜਾਂ ਉਸਤਾਦ ਕਹਿੰਦੇ ਆ। ਇੱਕ ਹੁੰਦਾ ਗੁਰੂ, ਇੱਕ ਹੁੰਦਾ ਸਤਿਗੁਰੂ। ਤੇ ਗੁਰਬਾਣੀ ਦੇ ਵਿੱਚ ਸਤਿਗੁਰੂ ਕੌਣ ਹੈ? ਮਹਾਰਾਜ ਨੇ ਵਿਆਖਿਆ ਕੀਤੀ ਜੀ, ਜਿਹਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਟਿਕ ਗਿਆ, ਉਹ ਸਤਿਗੁਰੂ ਦਾ ਰੂਪ ਹੈ ਜੀ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਮਹਾਰਾਜ ਆਪ ਸਤਿਗੁਰੂ ਹੋ, ਸੱਚੇ ਗੁਰੂ ਹੋ ਮਹਾਰਾਜ, ਸੱਚੇ ਰਾਹ ਤੇ ਤੋਰਦੇ ਹੋ। ਅਸੀਂ ਵੇਖਿਆ ਤੁਹਾਡੇ ਮੁਖੋਂ ਉਪਦੇਸ਼ ਸੁਣ ਕੇ ਤੁਹਾਡੇ ਸਿੱਖ ਗੁਣਾਂ ਨਾਲ ਭਰ ਗਏ। ਕਹਿਣ ਲੱਗਾ ਬੜੇ ਗੁਣ ਆਏ ਤੁਹਾਡੇ ਸਿੱਖਾਂ ਦੇ ਅੰਦਰ। ਹਾਂਜੀ, ਖਸ਼ਟ ਸ਼ਾਸਤਰ ਨ ਮਤ ਕੋ ਜਾਣੈ, ਹਾਂਜੀ। ਕਥਾ ਪੁਰਾਨ ਮਹਾਨ ਬਖਾਨੈ। ਹੁਣ ਮਹਾਰਾਜ ਸਾਡੇ ਬਾਰੇ ਵੀ ਸੁਣ ਲਓ, ਅਸੀਂ ਕੌਣ ਆ? ਗੱਜ ਕੇ ਆਖੋ ਵਾਹਿਗੁਰੂ। ਹੁਣ ਗੁਰੂ ਅਰਜਨ ਦੇਵ ਜੀ ਨੂੰ ਤੇ ਪਤਾ ਹੀ ਹੈ ਸਾਰਾ ਕੁਝ, ਫਿਰ ਵੀ ਇਹ ਦੱਸ ਰਹੇ ਨੇ, ਮਹਾਰਾਜ ਮੈਂ ਹਾਂ ਕ੍ਰਿਸ਼ਨਾ, ਇਹ ਹੈ ਬਾਲਾ। ਤੇ ਮਹਾਰਾਜ ਅਸੀਂ ਪੰਡਤ ਲੋਕ, ਵਿਦਵਾਨ ਲੋਕ, 6 ਸ਼ਾਸਤਰ ਮਹਾਰਾਜ ਅਸੀਂ ਪੜ੍ਹੇ ਹੋਏ ਨੇ ਸਾਰੇ ਦੇ ਸਾਰੇ ਜੀ। ਸੰਗਤ ਜੀ, ਇੱਕ ਸ਼ਾਸਤਰ ਨੂੰ ਪੜ੍ਹਨ ਲੱਗਿਆਂ ਬੜਾ ਬੜਾ ਲੰਮਾ ਸਮਾਂ ਲੱਗ ਜਾਂਦਾ ਜੀ। 6 ਸ਼ਾਸਤਰ ਅਸੀਂ ਪੜ੍ਹੇ ਐ, ਪੁਰਾਣ ਅਸੀਂ ਪੜ੍ਹੇ ਐ। ਤੇ ਮਹਾਰਾਜ ਹੋਰ ਦੱਸ ਦਿੰਦੇ ਆ, ਅਸੀਂ ਆਪਣੇ ਹਿੰਦੂ ਜਗਤ ਵਿੱਚ 6 ਸ਼ਾਸਤਰਾਂ ਦੀ ਤੇ ਪੁਰਾਣਾਂ ਦੀ ਕਥਾ ਵੀ ਕਰਦੇ ਆ। ਹਾਂਜੀ, ਸ਼ਰੋਤਾ ਕੋ ਹਮ ਦੇਤ ਰਿਝਾਏ। ਜਦੋਂ ਮਹਾਰਾਜ ਅਸੀਂ ਕਥਾ ਕਰਦੇ ਆ ਨਾ, ਸਰੋਤਿਆਂ ਨੂੰ ਰਿਝਾ ਦਿੰਨੇ, ਖੁਸ਼ ਕਰ ਦਿੰਨੇ ਮਹਾਰਾਜ ਕਥਾ ਸੁਣਨ ਵਾਲਿਆਂ ਨੂੰ। ਹਾਂਜੀ, ਸਰਬ ਪ੍ਰਸੰਨ ਹੈ ਸੋ ਜਸ ਅਲਾਏ। ਸਾਰੇ ਖੁਸ਼ ਹੁੰਦੇ ਫਿਰ ਕਥਾ ਸੁਣ ਕੇ। ਮਹਾਰਾਜ ਉਹ ਫਿਰ ਸਾਡੀ ਸਿਫਤ ਵੀ ਕਰਦੇ ਆ। ਹਾਂਜੀ, ਤਾਊ ਹਮਾਰੇ ਮਨ ਮੈਂ ਸ਼ਾਂਤ, ਨਹਿ ਉਪਜਤ ਹੋਏ ਮਤ ਅਵਦਾਤ। ਪਰ ਸੱਚ ਦੱਸਣ ਲੱਗੇ ਆ, 6 ਸ਼ਾਸਤਰ ਪੜ੍ਹੇ ਆ, ਪੁਰਾਣ ਪੜ੍ਹੇ ਆ, ਕਥਾ ਵੀ ਕਰਦੇ ਆ, ਪਰ ਮਹਾਰਾਜ ਸਾਡੇ ਮਨ ਵਿੱਚ ਅਜੇ ਸ਼ਾਂਤੀ ਨਹੀਂ ਆਈ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਗੱਜ ਕੇ ਸੱਚ ਦੱਸਿਆ ਜੀ। ਚੰਗੇ ਬੰਦੇ ਤਾਈਓ ਸੱਚ ਦੱਸ ਰਹੇ ਜੀ। ਨੇਕ ਬੰਦਾ, ਚੰਗਾ ਬੰਦਾ ਆਪਣੇ ਮਨ ਦੀ ਸੱਚੀ ਹਾਲਤ ਗੁਰੂ ਨੂੰ ਦੱਸਦਾ ਜੀ। ਝੂਠ ਨਹੀਂ ਬੋਲਦਾ ਵੀ ਮੈਂ ਬੜਾ ਮਹਾਨ ਪੁਰਸ਼ ਹੈਗਾ ਜੀ। ਮਹਾਰਾਜ ਕਥਾ ਤੇ ਬਹੁਤ ਕਰਦੇ ਆ, ਪਰ ਸਾਡੇ ਮਨ 'ਚ ਸ਼ਾਂਤੀ ਨਹੀਂ ਜੇ ਆਈ, ਮਨ ਕਲਪਦਾ ਹੀ ਰਹਿੰਦਾ ਹੈ ਜੀ। ਹਾਂਜੀ, ਸਿੱਖ ਆਪ ਕੇ ਸ਼ਾਂਤੀ ਪਾਏ। ਪਰ ਅਸੀਂ ਵੇਖੀਦਾ, ਅਸੀਂ ਵਿਦਵਾਨ ਹੈਗੇ ਆ, ਤੁਹਾਡੇ ਸਿੱਖ ਭਾਵੇਂ ਪੜ੍ਹੇ ਲਿਖੇ ਨਾਮ ਹੀ ਹੋਣ, ਉਹ ਸ਼ਾਂਤ ਵੇਖੀਦੇ ਮਹਾਰਾਜ।
ਉਹ ਸ਼ਾਂਤ ਹੁੰਦੇ ਆ। ਸੱਚੇ ਪਾਤਸ਼ਾਹ ਉਹਨਾਂ ਦੇ ਮਨ ਸ਼ਾਂਤ ਹੁੰਦੇ ਆ, ਨਾਮ ਨਾਲ ਸ਼ਾਂਤੀ ਵਰਤੀ ਹੁੰਦੀ ਜੀ ਸਿੱਖਾਂ ਦੇ ਮਨਾਂ 'ਚ। ਹਾਂਜੀ, ਅਜ਼ਮਤ ਜੁਤ ਲਹਿ ਗੁਣ ਸਮੁਦਾਏ। ਅਸੀਂ ਇਹ ਵੀ ਵੇਖਿਆ ਤੁਹਾਡੇ ਸਿੱਖਾਂ ਵਿੱਚ ਬਰਕਤਾਂ ਵੀ ਹੈਗੀਆਂ, ਕਰਾਮਾਤਾਂ ਵੀ ਹੈਗੀਆਂ ਮਹਾਰਾਜ। ਹਾਂਜੀ, ਕਿਰਪਾ ਕਰੋ ਇਹ ਭੇਦ ਬਤਾਵੋ। ਇਹ ਕੀ ਗੱਲ ਹੈ? ਅਸੀਂ ਇੰਨੀ ਕਥਾ ਕਰਨ ਵਾਲੇ ਮਹਾਰਾਜ ਸ਼ਾਂਤ ਨਹੀਂ ਹੋਏ। ਮਹਾਰਾਜ ਤੁਹਾਡੇ ਸਿੱਖ ਸ਼ਾਂਤ ਟਿਕੇ ਹੋਏ ਨਾਮ ਜਪਣ ਵਾਲੇ। ਹਾਂਜੀ, ਹਿਰਦੈ ਹਮਾਰੇ ਸ਼ਾਂਤ ਉਪਾਵੋ। ਤੇ ਕਿਰਪਾ ਕਰੋ ਜਿਹੜੀ ਸ਼ਾਂਤੀ ਤੁਹਾਡੇ ਸਿੱਖਾਂ ਕੋਲ ਹੈਗੀ ਉਹ ਸਾਡੇ ਮਨਾਂ ਵਿੱਚ ਵੀ ਆ ਜਾਵੇ। ਚੇਤਾ ਰੱਖਿਓ, ਜਿੰਨਾ ਚਿਰ ਤੱਕ ਮਨ 'ਚ ਟਿਕਾਓ ਨਹੀਂ ਨਾ ਆਉਂਦਾ, ਗੱਲ ਨਹੀਂ ਬਣਦੀ ਜੀ। ਕਈ ਵਾਰੀ ਮਨ ਕਾਹਲੀ ਵਿੱਚ ਹੋਵੇ ਨਾ, ਬਾਣੀ ਪੜ੍ਹਦਿਆਂ ਵੀ ਸ਼ਾਂਤੀ ਨਹੀਂ ਚ ਬੰਦੇ ਨੂੰ ਮਿਲਦੀ ਜੀ। ਮਨ ਕਾਹਲੀ ਵਿੱਚ ਹੋਵੇ ਜੀ, ਮਨ ਦੀ ਖੇਡ ਹੈਗੀ ਸਾਰੀ ਜੀ। ਭਜਨ ਬੰਦਗੀ ਕੀਤਾ, ਜੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਇਹਦਾ ਮਤਲਬ ਮਨ ਨੇ ਨਹੀਂ ਕੀਤਾ ਜੀ। ਵੇਖੋ ਨਾ ਜੀ, ਖੁਰਾਕ ਖਾਧੀ ਹੈ, ਸਰੀਰ ਤਗੜਾ ਹੋਇਆ ਜੀ। ਪਤਾ ਲੱਗਾ ਵੀ ਖੁਰਾਕ ਖਾਧੀ ਹੈ, ਖੁਰਾਕ ਲੱਗੀ ਹੈ। ਜੇ ਬਾਣੀ ਪੜ੍ਹੀ ਹੈ, ਕੀਰਤਨ ਕੀਤਾ ਹੈ, ਕੀਰਤਨ ਸੁਣਿਆ ਹੈ, ਮਨ ਨੂੰ ਸ਼ਾਂਤੀ ਨਹੀਂ ਅਜੇ ਮਿਲੀ ਜੀ। ਕਥਾ ਕਰਨ ਤੇ ਵੀ ਨਹੀਂ ਮਿਲੀ, ਸੁਣਨ ਤੇ ਵੀ ਨਹੀਂ ਮਿਲੀ। ਕੋਈ ਨਾ ਕੋਈ ਗੱਲ ਤਾਂ ਹੈਗੀ ਹੈ। ਖੇਡ ਸ਼ਾਂਤੀ ਤੇ ਟਿਕਾਓ ਦੀ ਹੈ ਸਾਰੀ ਜੀ। ਗੱਜ ਕੇ ਆਖੋ ਵਾਹਿਗੁਰੂ। ਸ਼ਾਂਤੀ ਟਿਕਾਓ ਦੀ ਖੇਡ ਹੈਗੀ ਜੀ ਸਾਰੀ। ਹਾਂਜੀ, ਸੁਨ ਸ਼੍ਰੀ ਮੁਖ ਤੇ ਬਾਕ ਬਖਾਨਾ। ਮਹਾਰਾਜ ਨੇ ਵੇਖਿਆ ਬੰਦੇ ਚੰਗੇ ਨੇ, ਆਪਣੇ ਮਨ ਦੀ ਹਾਲਾਤ ਸਾਨੂੰ ਦੱਸ ਰਹੇ ਹੈ। ਤੇ ਸੰਗਤ ਜੀ ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਤੋਂ ਵੱਧ ਸਾਡੇ ਮਨ ਦੀ ਅਵਸਥਾ ਨੂੰ ਹੋਰ ਦੂਜਾ ਕੋਈ ਨਹੀਂ ਜਾਣਦਾ ਜੀ। ਔਰ ਮੈਂ ਇਹ ਵੀ ਬੇਨਤੀ ਕਰਦਿਆਂ, ਸਾਡੇ ਤੋਂ ਵੀ ਵੱਧ ਸਾਡੇ ਮਨ ਦੀ ਅਵਸਥਾ ਦਾ ਗੁਰੂ ਜੀ ਨੂੰ ਪਤਾ ਹੈ ਜੀ। ਸਾਡੇ ਤੋਂ ਵੀ ਵੱਧ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਦੱਸਿਆ, ਹੁਣ ਮਹਾਰਾਜ ਨੇ ਅੱਗੋਂ ਬਚਨ ਕੀਤਾ ਜੀ। ਹਾਂਜੀ, ਮਨ ਕਾਰਨ ਗੁਣ ਅਵਗੁਣ ਜਾਨਾ। ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਤੁਸੀਂ ਖੁਦ ਸਿਆਣੇ ਵਿਦਵਾਨ ਹੋ, ਫਿਰ ਵੀ ਸੁਣ ਲਓ। ਮਹਾਰਾਜ ਕਹਿਣ ਲੱਗੇ, ਗੁਣ ਤੇ ਅਵਗੁਣ ਇਹਦਾ ਕਾਰਨ ਮਨ ਹੀ ਹੈਗਾ। ਕਹਿਣ ਲੱਗੇ, ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਵਿਦਿਆ ਪਠਨ ਲਗੇ ਤੁਮ ਜਬ ਤੇ। ਮਹਾਰਾਜ ਕਹਿਣ ਲੱਗੇ, ਹੁਣ ਮੁੱਢ ਤੋਂ ਤੁਰੀਏ। ਕਥਾ ਕਰਨ ਤੇ ਵੀ ਤੁਹਾਡਾ ਮਨ ਸ਼ਾਂਤ ਨਹੀਂ ਹੈਗਾ, ਕਾਰਨ ਕੀ ਹੈ? ਮੁੱਢ ਤੋਂ ਤੁਰੀਏ। ਮਹਾਰਾਜ ਕਹਿੰਦੇ, ਜਦੋਂ ਤੁਸੀਂ ਵਿਦਿਆ ਪੜ੍ਹਨ ਲੱਗੇ ਸੀਗੇ, ਛੇ ਸ਼ਾਸਤਰ ਪੁਰਾਣ ਪੜ੍ਹਨ ਲੱਗੇ ਸੀ ਜਦੋਂ, ਹਾਂਜੀ, ਮਨ ਤ੍ਰਿਸ਼ਨਾ ਉਪਜਾਏ ਤਬ ਤੇ। ਉਦੋਂ ਤੋਂ ਤੁਹਾਡੇ ਮਨ ਵਿੱਚ ਤ੍ਰਿਸ਼ਨਾ ਪੈਦਾ ਹੋ ਗਈ ਸੀ। ਤੁਹਾਡੇ ਮਨ ਨੇ ਤੁਹਾਡੇ ਅੰਦਰ ਤ੍ਰਿਸ਼ਨਾ ਪੈਦਾ ਕਰ ਦਿੱਤੀ ਸੀਗੀ ਜੀ। ਹੋਰ ਸੁਣੋ ਖੋਲ ਕੇ, ਮਹਾਰਾਜ ਦੱਸਦੇ, ਹਾਂਜੀ, ਬਾਹੋ ਵਿਦਿਆ ਹਮ ਪਠੈ ਬਨਾਏ। ਕੀ ਅਸੀਂ ਬਹੁਤ ਵਿਦਿਆ ਪੜ੍ਹਨੀ ਹੈ, ਬੜੀ ਵਿਦਿਆ ਪੜ੍ਹਨੀ ਹੈ। ਦਰਬ ਸਮੂਹ ਲੇਹ ਉਪਜਾਏ। ਤੇ ਫਿਰ ਵਿਦਿਆ ਪੜਾਂਗੇ, ਲੋਕਾਂ ਨੂੰ ਕਥਾ ਸੁਣਾਇਆ ਕਰਾਂਗੇ, ਤੇ ਖੂਬ ਮਾਇਆ ਲਿਆ ਕਰਾਂਗੇ। ਹੁਣ ਜਿਹਦੀ ਨੀਂਹ ਗਲਤ ਰੱਖੀ ਹੈ, ਉੱਤੇ ਮਹੱਲ ਕਿਵੇਂ ਵਧੀਆ ਬਣ ਜਾਏਗਾ ਜੀ। ਉਹ ਸੋਚਣ ਲੱਗੇ ਵੀ ਗੱਲ ਮਹਾਰਾਜ ਬਿਲਕੁਲ ਠੀਕ ਕਰ ਰਹੇ ਹੈ। ਸੱਚੀ ਗੱਲ ਹੈ। ਅੱਜ ਕਥਾ ਕੀਰਤਨ ਬਹੁਤੇ ਮਾਇਆ ਕਮਾਉਣ ਲਈ ਸਿੱਖੇ ਜਾ ਰਹੇ ਨੇ ਜੀ। ਉਹ ਮੈਨੂੰ ਗੁਰਮੁਖਾਂ ਨੇ ਬਚਨ ਦੱਸਿਆ, ਕਹਿੰਦੇ ਆ ਗਿਆ ਇੱਕ ਵਿਦਿਆਰਥੀ ਸਾਡੇ ਕੋਲ, ਕਹਿੰਦਾ ਕੀਰਤਨ ਸਿੱਖਣਾ। ਉਹ ਕਹਿੰਦੇ ਕਿਉਂ ਸਿੱਖਣਾ?
ਕਹਿੰਦਾ ਜੀ ਜਦੋਂ ਕੀਰਤਨ ਕਰੀਦਾ ਨਾ ਵਾਵਾ ਲੋਕ ਅੱਗੇ ਪੈਸੇ ਰੱਖਦੇ ਆ ਤੇ ਨਾਲੇ ਬਾਹਰ ਪੱਕੇ ਕੈਨੇਡਾ ਚ ਹੋ ਜਾਈਦਾ। ਆਖੋ ਵਾਹਿਗੁਰੂ। ਉਹ ਕਹਿੰਦੇ ਦੌੜ ਜਾ ਇੱਥੋਂ, ਤੇਰੇ ਵਰਗੇ ਅੱਗੇ ਹੀ ਸਾਡੇ ਕੋਲ ਬੜੇ ਨੇ। ਕਹਿਣ ਲੱਗੇ ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਠੀਕ ਹੈ, ਉਪਜੀਵਕਾ ਵੀ ਹੈ ਗੁਰੂ ਕੇ ਕੀਰਤਨੀਆਂ ਦੀ, ਪਰ ਆਤਮਕ ਰਸ ਵੀ ਲੈਣਾ ਨਾ ਇਹਦੇ ਨਾਲ। ਮਹਾਰਾਜ ਕਹਿੰਦੇ ਤੁਸੀਂ ਕਥਾ ਸਿੱਖੀ ਹੈ, ਕਿਉਂ ਸਿੱਖੀ ਹੈ? ਕਥਾ ਸੁਣਾ ਕੇ ਪੈਸੇ ਲਿਆ ਕਰਾਂਗੇ। ਬੜੇ ਗਿਆਨੀਆਂ ਨੇ ਪੈਸੇ ਬੰਨੇ ਜੇ। ਅੰਮ੍ਰਿਤਸਰ ਚ 5100, ਲੁਧਿਆਣੇ 1100, ਦਿੱਲੀ ਵਾਹਿਗੁਰੂ ਅੰਮ੍ਰਿਤਸਰ ਚ 5100, ਲੁਧਿਆਣੇ 11000, ਦਿੱਲੀ 21000 ਜੀ। ਤੇ ਜਿਹੜਾ ਇੱਥੋਂ ਹੀ ਟੁੱਕ ਕੇ ਗਿਆ ਪੈਸੇ 21000 ਲਾਂਗਾ, ਕੀ ਸੰਗਤ ਨੂੰ ਨਾਮ ਨਾਲ ਜੋੜੇਗਾ ਜੀ ਉਹ? ਹਾਂਜੀ। ਦ੍ਰਿੜ ਸੰਕਲਪ ਤਥਾ ਹੀ ਰਹਿਓ। ਮਹਾਰਾਜ ਕਹਿੰਦੇ ਤੁਹਾਡੇ ਮਨ ਦਾ ਸੰਕਲਪ ਮਾਇਆ ਹੀ ਹੈ। ਕਹਿਣ ਲੱਗੇ ਮਾਇਆ ਹੀ ਹੈ ਨਾ ਸੰਕਲਪ। ਹਾਂਜੀ। ਕਰ ਕਰ ਕਥਾ ਦਰਬ ਹੀ ਲਹਿਓ। ਕਥਾ ਕਰ ਕਰਕੇ ਧਨ ਹੀ ਪ੍ਰਾਪਤ ਕਰਨਾ, ਮਾਇਆ ਹੀ ਇਕੱਠੀ ਕਰਨੀ ਹੈ। ਹਾਂਜੀ। ਨਿਜ ਮਨ ਕੇ ਸਮਝਾਵਨ ਕਾਰਨ। ਮਹਾਰਾਜ ਕਹਿੰਦੇ ਆਪਣੇ ਮਨ ਨੂੰ ਸਮਝਾਉਣ ਵਾਸਤੇ। ਹਾਂਜੀ। ਪਠੀ ਨਾ ਵਿਦਿਆ ਕੀਏ ਨਾ ਵਿਚਾਰਨ। ਤੁਸੀਂ ਕਦੀ ਕਥਾ ਪੜ੍ਹੀ ਨਹੀਂ, ਮਹਾਰਾਜ ਕਹਿੰਦੇ ਵਿਦਿਆ ਨਹੀਂ ਪੜ੍ਹੀ। ਬਾਣੀ ਚ ਲਿਖਦੇ ਗਿਆਨ ਪੜ੍ਹਨਾ ਕਿਉਂ ਹੈ? ਮਨ ਸਮਝਾਵਨ ਕਾਰਨ, ਕਛੁਅਕ ਪੜ੍ਹੀਐ ਗਿਆਨ। ਮਨ ਨੂੰ ਸਮਝਾਉਣ ਵਾਸਤੇ। ਪਰ ਜੋ ਗੁਰੂ ਅਰਜਨ ਦੇਵ ਜੀ ਕਹਿ ਰਹੇ ਬਹੁਤਾਤ ਸੱਚ ਚ। ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਥਾਨ। ਉੱਥੇ ਸੰਗਤ ਜੀ ਗੁਰਮੁਖਾਂ ਨੇ ਕੀਰਤਨ ਕੀਤਾ ਜੀ। ਕੀਰਤਨ ਕੀਤਾ ਗੁਰਮੁਖਾਂ ਨੇ। ਜਦੋਂ ਗੁਰਮੁਖਾਂ ਨੇ ਕੀਰਤਨ ਕੀਤਾ, ਕੀਰਤਨ ਕਰਕੇ ਉਹ ਤੁਰ ਪਏ ਜੀ। ਤੇ ਭੇਟਾ ਵਾਲਾ ਜਿਹੜਾ ਲਿਫਾਫਾ ਹੁੰਦਾ ਨਾ ਜੀ, ਉਹ 2 ਲਿਫਾਫੇ ਪ੍ਰਬੰਧਕਾਂ ਨੇ ਮੈਨੂੰ ਦਿੱਤੇ ਵੀ ਇਹਨਾਂ ਦੀ ਜੇਬ ਚ ਪਾ ਦਿਓ। ਚਲੋ ਮੈਂ ਜਦੋਂ ਜੇਬ ਚ ਪਾਉਣ ਲੱਗਾ ਉਦੋਂ ਵੀ ਉਹਨਾਂ ਨਾ ਨੁੱਕਰ ਕੀਤੀ ਵੀ ਰਹਿਣ ਦਿਓ। ਘਰ ਗਏ ਤੇ ਉਹ ਗੁਰਮੁਖ ਮੈਨੂੰ ਕਹਿਣ ਲੱਗੇ ਵੀ ਜਿਵੇਂ ਜੇਬ ਚ ਲਿਫਾਫੇ ਪਾਏ ਸੀ ਉਵੇਂ ਕੱਢ ਹੁਣ। ਮੈਂ ਜਦੋਂ ਉਹਨਾਂ ਦੀ ਜੇਬ ਚੋਂ ਲਿਫਾਫੇ ਕੱਢੇ ਨਾ ਜੀ, ਉਹ ਦੋਵੇਂ ਖਾਲੀ ਸੀਗੇ ਜੀ, ਵਿੱਚ ਮਾਇਆ ਨਹੀਂ ਸੀਗੀ ਜੀ। ਪਹਿਲੀ ਵਾਰੀ ਮੈਂ ਵੇਖਿਆ ਜੀ ਕੋਈ ਰਾਗੀ ਹੋਵੇ ਜੀ, ਹਾਂਜੀ ਕਥਾਵਾਚਕ ਹੋਵੇ ਜੀ, ਭੇਟਾ ਵਾਲਾ ਖਾਲੀ ਲਿਫਾਫਾ ਨਿਕਲੇ ਤੋਂ ਖੁਸ਼ ਹੋਵੇ ਜੀ। ਉਹ ਬੜੇ ਖੁਸ਼ ਹੋਏ ਜੀ। ਮੈਂ ਕਿਹਾ ਜੀ ਭੁਲੇਖਾ ਪੈ ਗਿਆ, ਉਹਨਾਂ ਖਾਲੀ ਲਿਫਾਫੇ ਦੇ ਤੇ। ਕਹਿੰਦੇ ਨਹੀਂ ਨਹੀਂ ਭੁਲੇਖਾ ਨਹੀਂ ਕਹਿਣਾ, ਗੁਰੂ ਸਾਹਿਬ ਨੇ ਸਾਡਾ ਭਲਾ ਕੀਤਾ। ਕਹਿਣ ਲੱਗੇ ਚਲੋ ਗੱਲ ਉੱਥੇ ਰੁਕ ਗਈ ਜੀ। ਹਾਂਜੀ। ਉਹ ਪ੍ਰਬੰਧਕ ਵੀਰ ਨੇ ਜਦੋਂ ਘਰ ਜਾ ਕੇ ਵੇਖਿਆ ਨਾ, ਘਰ ਜਾ ਕੇ ਕੀ ਵੇਖਦਾ ਵੀ ਮਾਇਆ ਵਾਲਾ ਲਿਫਾਫਾ ਤਾਂ ਉਹਦੀ ਜੇਬ 'ਚ ਸੀ। ਉਹਨੂੰ ਰਾਤ ਨੀਂਦ ਨਾ ਆਈ ਜੀ। ਤੜਕੇ 5 ਵਜੇ ਜੀ ਉਹ ਅੰਮ੍ਰਿਤ ਵੇਲੇ ਉਹਨਾਂ ਗੁਰਮੁਖਾਂ ਦੇ ਕੋਲ ਗਿਆ ਤੇ ਜਾ ਕੇ ਰੋਣ ਲੱਗ ਪਿਆ ਜੀ। ਪ੍ਰਬੰਧਕ ਵੀ ਚੰਗਾ ਜੀ, ਉਹ ਜਾ ਕੇ ਰੋਣ ਲੱਗ ਪਿਆ। ਕਹਿਣ ਲੱਗਾ ਮੇਰੇ ਕੋਲ ਭੁੱਲ ਹੋ ਗਈ, ਕੱਲ ਤੁਹਾਨੂੰ ਖਾਲੀ ਲਿਫਾਫੇ ਦੇ ਦਿੱਤੇ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਉਸ ਲਿਫਾਫੇ 'ਚ ਮਾਇਆ ਸੀ ਤੇ ਉਹ ਧੱਕੇ ਨਾਲ ਉਹਨਾਂ ਨੂੰ ਦਵੇ ਵੀ ਤੁਸੀਂ ਰੱਖੋ। ਉਹ ਗੁਰਮੁਖ ਕਹਿਣ ਲੱਗੇ ਵੀ ਗੱਲ ਸੁਣ, ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ, ਗੁਰੂ ਜੀ ਦਾ ਗੁਰਪੁਰਬ ਹੈ, ਤੁਸੀਂ ਮਨਾਇਆ, ਸਾਨੂੰ ਸੱਦਿਆ, ਅਸੀਂ ਗਏ। 10 ਗੁਰੂ ਤੇਗ ਬਹਾਦਰ ਸਾਹਿਬ ਸਾਡੇ ਨਹੀਂ ਕੁਝ ਲੱਗਦੇ? ਮਹਾਰਾਜ ਸਾਡੇ ਵੀ ਤੇ ਉਹਨੇ ਹੀ ਨੇ। ਤੇ ਤੂੰ ਇਹ ਮਾਇਆ ਨਾ ਦੇ। ਸਾਨੂੰ ਗੁਰੂ ਜੀ ਨੇ ਉਹ ਖੁਸ਼ੀਆਂ ਦਿੱਤੀਆਂ ਜਿਹੜੀਆਂ ਮੁੱਕਣੀਆਂ ਹੀ ਨਹੀਂ ਕਦੀ, ਜਿਹੜੀਆਂ ਮੁੱਕਣੀਆਂ ਹੀ ਨਹੀਂ। ਇਹ ਤਾਂ ਮੁੱਕ ਜਾਣੀ, ਕਹਿਣ ਲੱਗੇ ਜਿਹੜੀ ਤੁਸੀਂ ਦਿੱਤੀ ਇਹ ਤਾਂ ਮੁੱਕ ਜਾਣੀ ਹੈ। ਅਸੀਂ ਆਪਣੇ ਗੁਰੂ ਦੇ ਘਰੋਂ ਉਹ ਖੁਸ਼ੀਆਂ ਲੈ ਕੇ ਆਏ ਜਿਹੜੀਆਂ ਮੁੱਕਣੀਆਂ ਨਹੀਂ ਕਦੀ। ਸਤ ਸੰਤੋਖ। ਚਲੋ ਸਦਾ ਨਹੀਂ ਐਸਾ ਹੁੰਦਾ, ਕਈ ਵਾਰੀ ਕੋਈ ਪ੍ਰੇਮੀ ਭੁੱਲ ਵੀ ਜਾਂਦਾ ਹੈ, ਨਹੀਂ ਵੀ ਦੇ ਸਕਦਾ।
ਪਰ ਜਿਹੜਾ ਬੰਦਾ ਕਥਾ ਕੀਰਤਨ ਨੂੰ ਮੁੱਲ ਵੇਚੇਗਾ, ਆ ਸਾਖੀ ਸੁਣ ਲਓ, ਉਹਨੂੰ ਕਦੀ ਵੀ ਸ਼ਾਂਤੀ ਨਹੀਂ ਆ ਸਕਦੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਮੈਂ ਖੁਦ ਵੇਖਿਆ ਜੀ, ਇੱਕ ਸਵਾ ਲੱਖ ਰੁਪਈਆ 1 ਘੰਟੇ ਦਾ ਲੈਣ ਵਾਲੇ ਪਰਿਵਾਰ ਦੇ ਹੱਥੋਂ ਦੁਖੀ ਵੇਖੇ ਜੀ, ਖੁਦ ਵੇਖੇ ਜੀ। ਮੈਂ ਦੁਖੀ ਰੋਂਦੇ ਜੀ ਰੋਂਦੇ ਉਹ ਕਮਰਿਆਂ 'ਚ ਵੜ ਕੇ ਜੀ। ਕਿਉਂ? ਇੰਨੀ ਮਹਿੰਗੀ ਬਾਣੀ ਉਹਨੂੰ ਥੋੜੇ ਜਿਹੇ ਪੈਸਿਆਂ ਲਈ ਵੇਚ ਰਹੇ ਆ। ਹਾਂ, ਕੋਈ ਸੰਗਤ ਪਿਆਰ ਨਾਲ ਦਿੰਦੀ ਹੈ, ਨਾ ਨਹੀਂ ਹੈ, ਪਰ ਮੁੱਲ ਨਹੀਂ ਰੱਖਣਾ ਚਾਹੀਦਾ। ਪਿੱਛੇ ਸੋਚ ਮਾਇਆ ਨਹੀਂ ਹੋਣੀ ਚਾਹੀਦੀ। ਮਹਾਰਾਜ ਕਹਿੰਦੇ ਤੁਹਾਨੂੰ ਸ਼ਾਂਤੀ ਇਸ ਕਰਕੇ ਨਹੀਂ ਆ ਰਹੀ, ਤੁਹਾਡੀ ਸੋਚ ਮਾਇਆ ਹੈਗੀ, ਕਹਿਣ ਲੱਗੇ। ਹਾਂਜੀ। ਕਥਾ ਕਰਤ ਧਨ ਮੈਂ ਮਨ ਰਹਿ। ਪੰਡਤ ਭੁੱਲ ਭੁੱਲ ਮਾਇਆ ਦੇਖਦਾ, ਡਿੱਠਾ ਕਿੰਨੇ ਕਿਹੋ ਆਨ ਚੜਾਇਆ। ਗੁਰੂ ਅਰਜਨ ਸਾਹਿਬ ਕਹਿੰਦੇ ਕਥਾ ਕਰਦਿਆਂ ਤਾਂ ਧਿਆਨ ਮਾਇਆ 'ਚ ਰਹਿੰਦਾ। ਕਿੰਨੇ 100 ਦਾ ਰੱਖਤਾ, ਕਿੰਨੇ 10 ਦਾ ਰੱਖਤਾ। ਹਾਂਜੀ। ਕਿਮ ਸ਼ਾਂਤੀ ਗੁਣ ਗਨ ਕੋ ਲਹੈ। ਚੇਤਾ ਰੱਖਿਓ, ਗਾਵੋ ਭਾਵੇਂ ਗੋਣੀ ਵਾਹਿਗੁਰੂ ਦੇ, ਪਰ ਜੇ ਧਿਆਨ ਮਾਇਆ ਵਿੱਚ ਹੈਗਾ ਤੇ ਰੱਬ ਦੇ ਗੁਣ ਗਾਉਂਦਿਆਂ ਵੀ ਸ਼ਾਂਤੀ ਨਹੀਂ ਆ ਸਕਦੀ, ਜੇ ਧਿਆਨ ਮਾਇਆ 'ਚ ਹੈਗਾ ਜੀ। ਕਿਮ ਸ਼ਾਂਤੀ ਗੁਣ ਗਨ ਕੋ ਲਹੈ। ਗੁਣ ਗਾਉਂਦਿਆਂ ਕਿਵੇਂ ਸ਼ਾਂਤੀ ਆਏਗੀ? ਧਿਆਨ ਤੇ ਮਾਇਆ 'ਚ। ਮਨ ਕਰ ਕਬਹੂ ਨਾ ਹਰ ਗੁਣ ਗਾਇਓ। ਹਾਂਜੀ। ਅਬ ਤੇ ਕਰੋ ਅਗਾਰੀ ਐਸੇ। ਉਹਨਾਂ ਨੂੰ ਬਿਲਕੁਲ, ਜਦੋਂ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਉਹਨਾਂ ਨੂੰ ਸ਼ੀਸ਼ਾ ਵੇਖ ਗਿਆ ਜੀ। ਇਹ ਤੇ ਸਾਡੇ ਮਨ ਦੀ ਹਾਲਤ ਦੱਸ ਦਿੱਤੀ। ਪਹਿਲੀ ਵਾਰੀ ਆਏ ਆ, ਇਹਨਾਂ ਸਾਡੇ ਮਨ ਦੀ ਹਾਲਾਤ ਸਾਰੇ ਦੱਸ ਦਿੱਤੇ। ਮਹਾਰਾਜ ਕਹਿਣ ਲੱਗੇ ਸੁਣੋ, ਅੱਗੇ ਤੋਂ ਇਹ ਕੰਮ ਕਰਨਾ ਤੁਸੀਂ। ਹਾਂਜੀ। ਸਮਝਾਵਨ ਹਿਤ ਲੋਕਨ ਜੈਸੇ। ਜਿਵੇਂ ਲੋਕਾਂ ਨੂੰ ਸਮਝਾਉਣ ਵਾਸਤੇ ਪ੍ਰਮਾਣ ਦਿੰਦੇ ਹੋ, ਕਈ ਤਰ੍ਹਾਂ ਦਾ ਗਿਆਨ ਸੁਣਾਉਂਦੇ ਹੋ। ਹਾਂਜੀ। ਅਨੇਕ ਭਾਂਤ ਕੀ ਕਰ ਚਤੁਰਾਈ। ਬੜੀ ਸਿਆਣਪ ਨਾਲ ਸੁਣਾਉਂਦੇ ਹੋ ਵੀ ਗੱਲ ਲੋਕਾਂ ਦੇ ਸਮਝ 'ਚ ਆਵੇ। ਕਰੋ ਰਿਝਾਵਨ ਠਾਨ ਉਪਾਈ। ਮਹਾਰਾਜ ਕਹਿਣ ਲੱਗੇ ਕਰੋ ਰਿਝਾਵਨ ਠਾਨ ਉਪਾਈ। ਲੋਕਾਂ ਨੂੰ ਰਿਝਾਉਣ ਵਾਸਤੇ ਉਪਾਅ ਕਰਦੇ ਹੋ। ਹਾਂਜੀ। ਤੈਸੇ ਮਨ ਸਮਝਾਵਨ ਕਾਰਨ। ਅੱਜ ਤੋਂ ਜਿੱਥੇ ਲੋਕਾਂ ਨੂੰ ਸਮਝਾਉਣ ਵਾਸਤੇ ਗਿਆਨ ਪੜ੍ਹਦੇ ਹੋ, ਸੁਣਾਉਂਦੇ ਹੋ, ਆਪਣੇ ਮਨ ਨੂੰ ਵੀ ਸਮਝਾਉਣ ਵਾਸਤੇ ਪੜ੍ਹਨ ਲੱਗ ਪਵੋ। ਆਖੋ ਵਾਹਿਗੁਰੂ। ਆਪਣੇ ਮਨ ਨੂੰ ਵੀ। ਇੱਕ ਬੜੇ ਵੱਡੇ ਗਿਆਨੀ ਜੀ, ਬਹੁਤ ਵੱਡੇ ਗਿਆਨੀ, ਉਹ ਕਿਸੇ ਗੁਰਮੁਖ ਮਹਾਂਪੁਰਖ ਦੇ ਮੁਖੋਂ ਉਚਾਰੀ ਹੋਈ ਕਥਾ ਸੁਣ ਰਹੇ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਵੀ ਕਥਾ ਸੁਣਦੇ ਹੋ? ਕਹਿੰਦੇ ਹਾਂ। ਮੈਂ ਕਿਹਾ ਜੀ ਕਿਉਂ? ਤੁਹਾਡੇ ਕੋਲ ਤਾਂ ਅੱਗੇ ਬੜਾ ਗਿਆਨ ਹੈ। ਕਹਿੰਦੇ ਕਥਾ ਮੈਂ ਲੋਕਾਂ ਨੂੰ ਸਮਝਾਉਣ ਲਈ ਕਰਦਾ, ਪਰ ਗੁਰਮੁਖਾਂ ਦੀ ਕਥਾ ਆਪ ਸਮਝਣ ਲਈ ਕਰਦਾ। ਕਹਿਣ ਲੱਗੇ ਸੁਣਦਾ, ਆਪ ਸਮਝਣ ਲਈ ਸੁਣਦਾ। ਕਹਿੰਦੇ ਮਹਾਰਾਜ ਕਹਿਣ ਲੱਗੇ ਆਪਣੇ ਮਨ ਨੂੰ ਸਮਝਾਉਣ ਲਈ ਵੇਦ ਪੜ੍ਹੋ, ਵੇਦਾਂਤ ਪੜ੍ਹੋ। ਹਾਂਜੀ। ਪਠ ਵੇਦਾਂਤ ਸੋ ਕਰੋ ਵਿਚਾਰਨ। ਵੇਦਾਂਤ ਨੂੰ ਪੜ੍ਹੋ, ਵਿਚਾਰੋ, ਪਰ ਪਹਿਲਾਂ ਇਸ ਮਨ ਨੂੰ ਸਮਝਾਉਣਾ ਜੀ। ਗੁਰਮੁਖ ਬੈਠੇ ਪਾਠ ਕਰਨ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਫਿਰ ਪਾਠ ਕੀਤਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। 5-7 ਵਾਰੀ ਪੜ੍ਹਤਾ। ਲਾਗੇ ਪੁੱਤ ਬੈਠਾ ਸੀ, ਕਹਿੰਦਾ ਪਿਤਾ ਜੀ ਇੱਕੋ ਹੀ ਪੰਗਤੀ ਬਾਰ-ਬਾਰ ਪੜ੍ਹੀ ਜਾਂਦੇ ਜੀ। ਕਹਿੰਦੇ ਮਨ ਨੂੰ ਸੁਣਾਉਣੀ ਹੈ, ਉਹ ਸੁਣਨ ਨਹੀਂ ਦਿਆ, ਤਾਂ ਬਾਰ-ਬਾਰ ਪੜ੍ਹ ਰਹੇ ਆ। ਗੱਜ ਕੇ ਆਖੋ ਵਾਹਿਗੁਰੂ। ਬਸ ਇਹ ਕੰਮ ਕਰਨਾ ਜੀ ਆਪਾਂ। ਜਿੱਥੇ ਬਾਣੀ ਦਾ ਪਾਠ ਕਰਨਾ, ਉੱਥੇ ਬਾਣੀ ਨੂੰ ਮੰਨਣਾ ਵੀ ਹੈ ਸਾਧ ਸੰਗਤ ਜੀ। ਹਾਂਜੀ। ਇਸ ਉਦਮ ਮੈਂ ਬਹੁ ਜਬ ਲਾਗੋ। ਮਹਾਰਾਜ ਕਹਿਣ ਲੱਗੇ ਉਦਮ ਕਰਨਾ ਪੈਣਾ, ਉਦਮ ਕਰਨਾ ਪੈਣਾ। ਸੰਗਤ ਜੀ ਇਹ ਉਹਨਾਂ ਲਈ ਨਹੀਂ, ਮੇਰੇ ਵਾਸਤੇ ਵੀ ਹੈ, ਤੁਹਾਡੇ ਵਾਸਤੇ ਵੀ ਹੈ। ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਾਂ, ਬਹੁਤ ਵਾਰ ਜਦੋਂ ਤੁਸੀਂ ਨਿਤਨੇਮ ਕਰਦੇ ਹੋਵੋਗੇ, ਤੁਹਾਡੇ ਲਾਗੇ ਕੋਈ ਵਿਅਕਤੀ ਆ ਕੇ ਬਹਿ ਜਾਏਗਾ, ਤੁਹਾਡਾ ਮਨ ਉਹਨੂੰ ਪਾਠ ਸੁਣਾਉਣ 'ਚ ਲੱਗ ਜਾਏਗਾ ਵੀ ਹੁਣ ਇਹ ਲਾਗੇ ਬੈਠਾ, ਚਲੋ ਮੈਂ ਉੱਚੀ ਬੋਲਾਂ, ਇਹਨੂੰ ਸੁਣੇ ਪਾਠ। ਪਰ
ਜਦੋਂ ਤੁਸੀਂ ਉਹਨੂੰ ਪਾਠ ਸੁਣਾਉਣ ਲੱਗ ਪੈਂਦੇ ਹੋ ਨਾ, ਮਾਫ ਕਰਿਓ, ਉਦੋਂ ਆਪ ਨਹੀਂ ਸੁਣ ਹੁੰਦਾ ਜੀ, ਆਪ ਨਹੀਂ ਸੁਣ ਹੁੰਦਾ। ਇਸੇ ਕਰਕੇ ਗੁਰਮੁਖ ਇਕੱਲੇ ਬਹਿ ਕੇ ਪਾਠ ਕਰਦੇ ਆਪਣੇ ਆਪ ਨੂੰ ਸਮਝਾਉਣ ਵਾਸਤੇ ਜੀ। ਇਹਦੇ ਲਈ ਉਦਮ ਕਰਨਾ ਪਏਗਾ। ਬਾਲਾ ਕ੍ਰਿਸ਼ਨਾ ਉਦਮ ਕਰੋ, ਮਹਾਰਾਜ ਕਹਿਣ ਲੱਗੇ। ਸਿਮਰੋ ਸਤਨਾਮ ਅਨੁਰਾਗੋ। ਉਦਮ ਕਰੋ, ਮਨ ਨੂੰ ਸਮਝਾਓ, ਤੇ ਫਿਰ ਮਨ ਨੂੰ ਸਮਝਾ ਕੇ ਪਿਆਰ ਨਾਲ ਨਾਮ ਜਪਣਾ। ਵਾਹਿਗੁਰੂ ਕਹਿਣਾ, ਪਿਆਰ ਨਾਲ ਕਹਿਣਾ। ਸੰਗਤ ਜੀ, ਇਹ ਇੱਕ ਇੱਕ ਬਚਨ ਬੜਾ ਕੀਮਤੀ, ਇੱਕ ਇੱਕ ਬਚਨ ਤੇ ਲੰਮਾ ਲੰਮਾ ਚਿਰ ਕਥਾ ਹੋ ਸਕਦੀ ਹੈ। ਫਿਰ ਪਿਆਰ ਨਾਲ ਕਹਿਣਾ, ਵਾਹਿਗੁਰੂ 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 ਵਾਹਿਗੁਰੂ। ਪਿਆਰ ਨਾਲ ਮਹਾਰਾਜ ਕਹਿੰਦੇ, ਪਿਆਰ ਨਾਲ ਫਿਰ ਨਾਮ ਜਪਿਓ, ਕਹਿਣ ਲੱਗੇ। ਹਾਂਜੀ, ਮਾਸ ਮਾਸ ਮੈਂ ਦਰਸੋ ਗੁਰ ਕੋ। ਮਹੀਨੇ ਬਾਅਦ ਆ ਜਾਇਆ ਕਰਿਓ, ਮਹਾਰਾਜ ਕਹਿਣ ਲੱਗੇ। ਹਰ ਮਹੀਨੇ ਆਉਣਾ ਵੀ ਹੈ। ਉਪਦੇਸ਼ ਲੈ ਕੇ ਬੰਦਾ ਚਲੇ ਜਾਵੇ, ਮੁੜ ਆਵੇ ਹੀ ਨਾ, ਸੰਗਤ ਦੀ ਹੌਲੀ ਹੌਲੀ ਭੁੱਲ ਜਾਏਗਾ। ਇਸੇ ਕਰਕੇ ਸੰਗਤ 'ਚ ਗੇੜਾ ਵੱਜਦਾ ਰਵੇ, ਮਨ ਟਿਕਾਣੇ ਰਹਿੰਦਾ ਹੈ। ਮਹਾਰਾਜ ਕਹਿੰਦੇ, ਮਹੀਨੇ ਬਾਅਦ ਆ ਜਾਇਆ ਕਰਨਾ ਤੁਸੀਂ। ਹਾਂਜੀ, ਆਏ ਬਿਰਤੰਤ ਬਤਾਵੋ ਉਰ ਕੋ। ਆ ਕੇ ਆਪਣੇ ਮਨ ਦਾ ਹਾਲ ਦੱਸਣਾ ਤੁਸੀਂ, ਕਹਿਣ ਲੱਗੇ। ਜੋ ਤੁਹਾਡੇ ਮਨ ਦਾ ਹਾਲ ਹੈ ਨਾ, ਉਹ ਸਾਰਾ ਦੱਸਣਾ ਹੈ। ਸੁਖ ਦੁਖ ਜੋ ਪਈਐ ਪਰਲੋਕ, ਤਿਸ ਕੋ ਲਖੋ ਲਿਹੋ ਮਨ ਰੋਕ। ਮਨ ਨੂੰ ਰੋਕਣਾ, ਮਹਾਰਾਜ ਕਹਿੰਦੇ, ਮਨ ਨੂੰ ਰੋਕਣਾ। ਮਨ ਨੂੰ ਰੋਕ ਕੇ ਨਾਮ ਜਪਣਾ। ਗੱਜ ਕੇ ਆਖੋ, ਵਾਹਿਗੁਰੂ। ਸੁਖ ਦੁਖ ਜੋ ਪਈਐ ਪਰਲੋਕ। ਜਦੋਂ ਨਾਮ ਜਪਣਾ ਨਾ, ਮਨ ਨੂੰ ਕਹਿਣਾ, ਮਨਾ ਨਾਮ ਜਪਣ ਨਾਲ ਸੁਖ ਮਿਲਣਾ ਹੀ। ਤਿਸ ਕੋ ਲਖੋ ਲਿਹੋ ਮਨ ਰੋਕ। ਸੁਖ ਤੇ ਦੁੱਖ ਦੀ ਵਿਚਾਰ ਕਰੋ, ਫਿਰ ਮਨ ਨੂੰ ਰੋਕੋ, ਨਾਮ ਵਿੱਚ ਰੋਕੋ। ਮਨ ਨਾਮ 'ਚ ਰੁਕੇ ਜੀ। ਅੱਜ ਰਹਿਰਾਸ ਸਾਹਿਬ ਦਾ ਪਾਠ ਕਰਦੇ ਆ, ਕੁਦਰਤੀ ਪੰਕਤੀ ਆ ਗਈ ਜੀ। ਹਾਂਜੀ, ਉਹ ਪੰਕਤੀ ਮੈਨੂੰ ਬਹੁਤ ਚੰਗੀ ਲੱਗੀ ਜੀ। ਸਾਚੇ ਨਾਮ ਕੀ ਤਿਲ ਵਡਿਆਈ। ਤਿਲ ਕਿੰਨਾ ਕੁ ਹੁੰਦਾ ਜੀ ਕਿਤੇ? ਬਿਲਕੁਲ ਥੋੜਾ ਜਿਹਾ, ਸਾਧ ਸੰਗਤ ਜੀ, ਥੋੜਾ ਜਿਹਾ ਨਾ ਤਿਲ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਬੰਦਾ ਕਹੀ ਜਾਵੇ, ਵਾਹਿਗੁਰੂ ਦਾ ਨਾਮ ਵੱਡਾ ਹੈ, ਵਾਹਿਗੁਰੂ ਦਾ ਨਾਮ ਵੱਡਾ ਹੈ, ਵਾਹਿਗੁਰੂ ਦਾ ਨਾਮ ਬੜਾ ਹੀ ਵੱਡਾ ਹੈ। ਕਹਿੰਦਾ ਕਹਿੰਦਾ ਥੱਕ ਜਾਏਗਾ। ਮਹਾਰਾਜ ਕਹਿੰਦੇ, ਆਖਣ ਵਾਲੇ ਥੱਕ ਗਏ, ਪਰ ਵਾਹਿਗੁਰੂ ਦੇ ਨਾਮ ਦੀ ਤਿਲ ਜਿੰਨੀ ਵੀ ਵਡਿਆਈ ਨਹੀਂ ਕਰ ਸਕੇ ਜੀ। ਕਿੰਨਾ ਵੱਡਾ ਮੇਰੇ ਵਾਹਿਗੁਰੂ ਦਾ ਨਾਮ। ਹਾਂਜੀ, ਬਸ ਹੈ ਹਿਰਦੈ ਮਨ ਕੀ ਸਭ ਜਾਣੈ। ਮਹਾਰਾਜ ਕਹਿਣ ਲੱਗੇ, ਸੁੱਖ ਦੁੱਖ ਪਰਲੋਕ 'ਚ ਪਾਇਆ ਜਾਏਗਾ। ਆਉਣ ਵਾਲੇ ਸਮੇਂ ਨੂੰ ਆ ਗਿਆ ਜਮਦਲ ਬਿਖਮ ਘਣਾ, ਸ੍ਰੀ ਰਾਮ ਨਾਮਾ ਉਚਰ ਮਨਾ। ਇਹ ਵਿਚਾਰ ਕਰਕੇ ਮਨ ਨੂੰ ਰੋਕੋ। ਵੇਖਿਓ, ਮਹਾਰਾਜ ਕਹਿੰਦੇ, ਬਸ ਹੈ ਹਿਰਦੇ ਮਨ ਕੀ ਸਭ ਜਾਣੈ ਹੈ। ਹੌਲੀ ਹੌਲੀ ਉਹ ਨਾਮ ਟਿਕਣ ਲੱਗ ਪਏਗਾ ਤੁਹਾਡੇ ਅੰਦਰ। ਸੋ ਪਰਮੇਸ਼ਰ ਲਖ ਸਭ ਥਨ ਹੈ। ਹੌਲੀ ਹੌਲੀ ਤੁਹਾਡੀ ਅਵਸਥਾ ਬਣੇਗੀ। ਫਿਰ ਜਿਹਦਾ ਨਾਮ ਜਪਦੇ ਹੋ, ਉਹ ਵਾਹਿਗੁਰੂ ਤੁਹਾਨੂੰ ਸਾਰਿਆਂ ਦੇ ਵਿੱਚ ਹੀ ਦਿਸਣ ਲੱਗ ਪੈਣਾ ਹੈ ਜੀ। ਪਹਿਲੇ ਦਿਨ 1 ਘੰਟਾ ਨਾਮ ਜਪਿਆ ਜੀ, ਬੰਦਾ ਕਹਿੰਦਾ ਮੈਨੂੰ ਰੱਬ ਨਹੀਂ ਸਭ 'ਚ ਵੇਖ ਰਿਹਾ। ਇੰਨੀ ਛੇਤੀ ਥੋੜੀ ਵੇਖਣਾ ਜੀ। ਸਹਿਜੇ 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 ਸਹਿਜੇ। ਭਗਤ ਨਾਮਦੇਵ ਜੀ ਦੀ ਕਈ ਜਨਮਾਂ ਦੀ ਕਮਾਈ ਫਿਰ ਜਾ ਕੇ ਆਇਆ। ਕੀ ਆਇਆ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਹਾਂਜੀ, ਮਨ ਕੋ ਸਮਝ ਸ਼੍ਰੀ ਮੁਖ ਤੇ ਸੁਨ ਪੰਡਤ ਦੋਊ। ਹਜੂਰ ਮਹਾਰਾਜ ਦੇ ਮੁਖੋਂ ਦੋਵਾਂ ਪੰਡਤਾਂ ਨੇ ਸੁਣਿਆ। ਵੇਖੋ, ਮਹਾਰਾਜ ਨੇ ਜੜ ਫੜੀ ਦੀ, ਉਹਨਾਂ ਦੀ ਜੜ ਫੜੀ ਵੀ ਸੁਣਾਉਂਦੇ ਹੋ, ਪਰ ਸ਼ੁਰੂਆਤ ਹੀ ਧਨ ਹੈਗਾ, ਮਾਇਆ ਹੈਗੀ ਹੈ।
ਮਨ ਨਹੀਂ ਟਿਕਣਾ। ਜਦੋਂ ਮਹਾਰਾਜ ਜੀ ਦੇ ਬਚਨ ਦੋਵਾਂ ਨੇ ਸੁਣੇ, ਮਾਨੇ ਬਾਕ ਵਿਚਾਰਤ ਸੋ। ਦੋਵੇਂ ਹੀ ਫਿਰ ਮਹਾਰਾਜ ਦਾ ਉਪਦੇਸ਼ ਮੰਨਿਆ ਜੀ ਉਹਨਾਂ ਦੋਵਾਂ ਨੇ, ਵੀ ਬਿਲਕੁਲ ਠੀਕ ਕਿਹਾ ਮਹਾਰਾਜ ਨੇ। ਤੇ ਨਿਰਾ ਫਿਰ ਸੁਣੇ, ਮੰਨਿਆ ਹੀ ਨਹੀਂ ਵੀ ਜੋ ਕਿਹਾ ਠੀਕ ਕਿਹਾ। ਸਾਧ ਸੰਗਤ ਜੀ ਉਹਦੇ ਤੇ ਵਿਚਾਰ ਕਰਨ ਲੱਗ ਪਏ। ਗੱਜ ਕੇ ਆਖੋ ਵਾਹਿਗੁਰੂ। ਹੁਣ ਵੇਖੋ ਨਾ, ਤੁਸੀਂ ਕਥਾ ਸੁਣ ਲਈ, ਗੁਰੂ ਸਾਹਿਬ ਦੇ ਬਚਨ ਬਿਲਕੁਲ ਠੀਕ ਨੇ, ਮੰਨ ਲਏ। ਹੁਣ ਤੁਰਦਿਆਂ ਫਿਰਦਿਆਂ ਇਹਨਾਂ ਤੇ ਵਿਚਾਰ ਕਰਨਾ ਹੀ ਹੈ। ਕੀ ਵਿਚਾਰ ਕਰਨੀ? ਤੁਰਦੇ ਫਿਰਦੇ ਮਨਾ, ਉਹਨਾਂ ਚਿਰ ਸ਼ਾਂਤੀ ਨਹੀਂ ਜਿੰਨਾ ਚਿਰ ਨਾਮ ਨਹੀਂ ਜਪਦਾ। ਉਹ ਤੁਰਨ ਫਿਰਨ ਮਹਾਰਾਜ ਦੇ ਬਚਨ ਉਹਨਾਂ ਦੇ ਕੰਨਾਂ 'ਚ ਗੂੰਜਿਆ ਕਰਨ ਜੀ। ਵਿਚਾਰ ਕਰਨ ਲੱਗ ਪਏ ਜੀ, ਉਹ ਜ਼ੋਰ ਦੇਣ ਲੱਗੇ ਜੀ। ਵੈਸੇ ਬੰਦਾ ਸੰਗਤ ਜੀ ਇਸ ਕੰਮ 'ਚ ਲੱਗਾ ਹੀ ਰਵੇ ਜੀ, ਇਸ ਕੰਮ 'ਚ ਲੱਗਾ ਰਵੇ ਜੀ। ਹਾਂਜੀ, ਮਨ ਕੋ ਸਮਝਾਵਨ ਪੁੰਨ ਲਾਗੇ। ਮਨ ਨੂੰ ਸਮਝਾਉਣ ਲੱਗ ਪਏ ਜੀ ਉਹ ਜੀ। ਜਿਹੜਾ ਉਪਦੇਸ਼ ਦੂਜਿਆਂ ਨੂੰ ਦਿੰਦੇ ਸੀ, ਭਾਈ ਨਾਮ ਜਪੋ ਸੁੱਖ ਨਹੀਂ ਨਾਮ ਤੋਂ ਬਗੈਰ, ਉਹ ਫਿਰ ਤੁਰਦਿਆਂ ਫਿਰਦਿਆਂ ਮਨ 'ਚ ਸੋਚਣ ਲੱਗ ਪਏ ਜੀ। ਹਾਂਜੀ, ਸਨੈ ਸਨੈ ਤ੍ਰਿਸ਼ਨਾਦਿਕ ਤਿਆਗੇ। ਹੌਲੀ ਹੌਲੀ ਤ੍ਰਿਸ਼ਨਾ ਛੱਡ ਦਿੱਤੀ, ਪਕੜ ਛੱਡ ਦਿੱਤੀ ਵੀ ਮਾਇਆ ਸਾਡੇ ਕੋਲ ਬਹੁਤੀ ਆਵੇ ਜੀ। ਮੈਂ ਵੇਖਿਆ ਜੀ, ਬੜੇ ਬੜੇ ਕਹਿੰਦੇ ਕਹਾਉਂਦੇ ਬੰਦੇ ਤ੍ਰਿਸ਼ਨਾ 'ਚ ਫਸੇ ਤੇ ਦੁਖੀ ਨੇ ਜੀ। ਜਦੋਂ ਉਹਨਾਂ ਨੇ ਤ੍ਰਿਸ਼ਨਾ ਛੱਡੀ, ਉਹ ਸੁਖੀ ਹੋਣ ਲੱਗ ਪਏ ਜੀ। ਨਾਮ ਅੰਦਰ ਜੰਮਣ ਲੱਗ ਪਿਆ ਜੀ, ਅੰਦਰ ਗੁਣ ਟਿਕਣ ਲੱਗ ਪਏ ਜੀ। ਹਾਂਜੀ, ਸਤਿਗੁਰ ਸੰਗ ਕਰਤ ਭੇ ਨੀਤ। ਲਓ ਜੀ, ਨਿਤ ਸਤਿਗੁਰੂ ਦੀ ਸੰਗਤ ਆਪਣੇ ਮਨ ਨਾਲ ਕਰਨ ਲੱਗ ਪਏ ਜੀ। ਹੁਣ ਉਹਨਾਂ ਦੀ ਕਥਾ 'ਚ ਰਸ ਵੀ ਦੂਣਾ ਵੱਧ ਗਿਆ, ਉਹਨਾਂ ਦੀ ਜ਼ਿੰਦਗੀ 'ਚ ਵੀ ਰਸ ਵੱਧ ਗਿਆ। ਹਾਂਜੀ, ਸਤ ਨਾਮ ਸੰਗ ਲਾਗੀ ਪ੍ਰੀਤ। ਮਨੁੱਖਾ ਜਨਮ ਦੀ ਵੱਡੀ ਪ੍ਰਾਪਤੀ ਹੋਈ ਹੈ। ਸਤ ਨਾਮ ਨਾਲ ਪਿਆਰ ਪੈਦਾ ਹੋ ਗਿਆ ਜੀ। ਵਾਹਿਗੁਰੂ ਦੇ ਨਾਮ ਨਾਲ ਪਿਆਰ ਪੈਦਾ ਹੋ ਗਿਆ, ਇਹਦੇ ਨਾਲ ਪਿਆਰ ਨਹੀਂ ਪੈਦਾ ਹੁੰਦਾ ਜੀ। ਮੈਂ ਬਿਲਕੁਲ ਸੱਚ ਦੱਸਦਾ, ਮੇਰੇ ਵਰਗਾ ਬੰਦਾ ਗੁਰੂ ਦੀ ਹਜ਼ੂਰੀ 'ਚ ਵੀ ਡਿਊਟੀ ਕਰਨ ਆਉਂਦਾ, ਨਾਮ ਨਾਲ ਪਿਆਰ ਨਹੀਂ ਹੈਗਾ ਜੀ। ਜਦੋਂ ਜਿਸ ਚੀਜ਼ ਨਾਲ ਪਿਆਰ ਪੈਦਾ ਹੋ ਜਾਏ ਫਿਰ ਉਹ ਛੱਡੀ ਨਹੀਂ ਜਾਂਦੀ ਜੀ। ਜਿਸ ਦਿਨ ਨਾਮ ਨਾਲ ਪਿਆਰ ਪੈਦਾ ਹੋ ਗਿਆ, ਨਾਮ ਛੱਡਿਆ ਹੀ ਨਹੀਂ ਜਾਣਾ ਜੀ। ਹਾਂਜੀ, ਹੋਤ ਭਇਓ ਤਿਨ ਕੋ ਕਲਿਆਣੇ। ਲਓ ਜੀ, ਫਿਰ ਗੁਰੂ ਜੀ ਨੇ ਮਿਹਰ ਕੀਤੀ, ਉਹਨਾਂ ਦਾ ਕਲਿਆਣ ਹੋਇਆ ਜੀ। ਹਾਂਜੀ, ਗੁਰ ਕੇ ਸਿੱਖ ਹੋਏ ਮਨ ਮਾਨੇ। ਤੇ ਮਨੋਂ ਫਿਰ ਗੁਰੂ ਦੇ ਸਿੱਖ ਹੋ ਗਏ ਜੀ। ਹੁਣ ਅਸੀਂ ਕਹਾਂਗੇ ਉਹ ਤੇ ਬਾਹਮਣ ਹੈਗੇ ਆ ਜੀ, ਇਹ ਬੜਾ ਫਰਕ ਤੇ ਅੱਜ ਕੱਲ। ਉਹ ਤੇ ਬਾਹਮਣ ਨੇ ਜੀ, ਨਹੀਂ ਪਿਆਰਿਓ, ਉਹਨਾਂ ਗੁਰੂ ਦੀ ਸਿੱਖਿਆ ਧਾਰਨ ਕੀਤੀ, ਨਾਮ ਜਪਣ ਲੱਗ ਪਏ, ਉਹ ਵੀ ਗੁਰੂ ਜੀ ਦੇ ਸਿੱਖ ਬਣ ਗਏ ਜੀ। ਸਿੱਖ ਬਣ ਗਏ ਜੀ। ਸੋ ਇਹਦੇ ਤੋਂ ਅੱਗੇ ਪ੍ਰਸੰਗ ਕੱਲ ਨੂੰ ਸੁਣਾਂਗੇ। ਅੱਜ ਮਹਾਨ ਭਗਤ ਧੰਨਾ ਜੀ ਦਾ ਜਨਮ ਦਿਨ ਹੈ ਜੀ। ਜੱਟ ਪਰਿਵਾਰ 'ਚ ਭਗਤ ਧੰਨਾ ਜੀ ਦਾ ਜਨਮ ਹੋਇਆ ਜੀ। ਗੁਰਬਾਣੀ ਦੇ ਵਿੱਚ 3-4 ਥਾਵਾਂ ਤੇ ਧੰਨਾ ਜੀ ਦਾ ਜ਼ਿਕਰ ਆਉਂਦਾ ਜੀ। ਉੱਥੇ ਨਾਲ ਜੱਟ ਸ਼ਬਦ ਵੀ ਲਿਖਿਆ ਜੀ। ਇੱਕ ਪੰਕਤੀ ਤੁਹਾਨੂੰ ਯਾਦ ਹੋਏਗੀ, ਇਹ ਬਿੱਦ ਸੁਣ ਕੇ ਜੱਟ ਰੋ। ਜੱਟ ਰੋ ਦਾ ਭਾਵ ਜੱਟ ਉਠ ਭਗਤੀ ਲਾਗਾ। ਇੱਥੇ ਮੈਂ ਜਾਤ ਪਾਤ ਦੀ ਗੱਲ ਨਹੀਂ ਕਰ ਰਿਹਾ। ਗੱਲ ਇਹ ਹੈ ਕਿ ਆਮ ਤੌਰ ਤੇ ਜੱਟ ਵਾਸਤੇ ਸ਼ਬਦ ਵਰਤਿਆ ਜਾਂਦਾ ਸੀ ਜੱਟ ਬੂਟ, ਬੂਟੇ ਲਾਉਣ ਵਾਲਾ। ਉਂਝ ਕਿਸਾਨ ਅੱਧਾ ਸਾਧ ਪਹਿਲਾਂ ਹੀ ਹੁੰਦਾ ਜੀ। ਕਿਉਂ? ਉਹ ਸਾਧ ਸੰਗਤ ਦੀ ਨਾਮ ਜਪਦਾ, ਵਾਹਿਗੁਰੂ ਕਿਰਤ ਕਰਦਾ, ਮਿਹਨਤ ਕਰਦਾ, ਤੇ ਜੇ ਨਾਮ ਜਪਣ ਲੱਗ ਪਏ ਫਿਰ ਪੂਰਾ ਸਾਧ ਬਣ ਜਾਂਦਾ ਜੀ। ਭਗਤ ਧੰਨਾ ਜੀ ਨੇ ਭੋਲੇ ਭਾਅ ਭਗਤੀ ਸ਼ੁਰੂ ਕੀਤੀ। ਭੋਲੇ ਭਾਅ ਜੀ ਇਸ ਤਰੀਕੇ ਨਾਲ ਭਗਤੀ ਸ਼ੁਰੂ ਕੀਤੀ, ਰੱਬ ਉਹਨਾਂ ਦੇ ਹਿਰਦੇ ਵਿੱਚ ਆ ਕੇ ਵਸ ਗਿਆ ਜੀ।
ਪਰਮੇਸ਼ਰ ਨੇ ਤਨ ਧਾਰ ਕੇ ਭਗਤ ਧੰਨਾ ਜੀ ਦੇ ਕੰਮ ਸਵਾਰੇ ਜੀ। ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਗੁਰ ਪੂਰਾ ਆਰਾਧੇ ਕਾਰਜ ਸਗਲੇ ਸਾਧੇ। ਪਰਮੇਸ਼ਰ ਨੇ ਤਨ ਧਾਰ ਕੇ ਉਹਨਾਂ ਦੇ ਕੰਮ ਕੀਤੇ ਜੀ। ਫਿਰ ਜੀ ਹਾਂਜੀ, ਉਹਨਾਂ ਦੀ ਬਾਣੀ ਦਾ ਸ਼ਬਦ ਉਹ ਆਪਣਾ ਤਜਰਬਾ ਲਿਖਦੇ ਆ, ਰੱਬ ਨਾਲ ਗੱਲ ਕਰਦੇ ਆ। ਹੇ ਵਾਹਿਗੁਰੂ, ਮੈਂ ਸੁਣਿਆ ਜਿਹੜੇ ਤੇਰੀ ਭਗਤੀ ਕਰਦੇ ਤੂੰ ਉਹਨਾਂ ਦੇ ਕੰਮ ਸਵਾਰ ਦੇਣਾ ਹੈ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਤੇ ਨਾਲ ਆਰਤਾ ਕਰਦੇ ਜੀ, ਗੋਪਾਲ ਤੇਰਾ ਆਰਤਾ। ਆਰਤੇ ਦਾ ਅਰਥ ਦੁਖੀ ਵੀ ਹੈ, ਪੁਕਾਰੂ ਵੀ ਹੈ। ਮੈਂ ਤੇਰੇ ਅੱਗੇ ਅਰਜ਼ ਕਰ ਰਿਹਾ, ਪੁਕਾਰੂ ਹੈ ਮੈਂ ਤੇਰਾ, ਕਹਿਣ ਲੱਗੇ। ਬੜੀ ਮਿਹਨਤ, ਬੜੀ ਤਸ਼ੱਦਦ, ਸਿੱਧਾ ਸਾਦਾ ਜੀਵਨ ਹੈ। ਬਸ ਸੁਣ ਲਿਆ ਵੀ ਰੱਬ ਭਗਤਾਂ ਦੇ ਕੰਮ ਸਵਾਰਦਾ। ਭਗਤ ਧੰਨਾ ਜੀ ਲੱਗ ਗਏ ਜੀ। ਭਾਈ ਗੁਰਦਾਸ ਜੀ ਨੇ ਉਹਨਾਂ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਵੀ ਦੱਸਿਆ ਜੀ। ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੈ। ਬਾਹਮਣ ਦੇਵਤੇ ਨੂੰ ਪੂਜ ਰਿਹਾ ਸੀ, ਧੰਨਾ ਜੀ ਗਾਂ ਚਰਾ ਰਹੇ ਸਨ ਜੀ। ਧੰਨਾ ਜੀ ਵੇਖਦੇ ਵੀ ਇਹ ਕਿਹਦੀ ਪੂਜਾ ਕਰ ਰਹੇ। ਪੁੱਛਿਆ ਕਿਹਦੀ? ਉਹ ਕਹਿੰਦੇ ਠਾਕਰ ਦੀ ਸੇਵਾ ਕਰੇ, ਜੋ ਇੱਛੇ ਸੋਈ ਫਲ ਪਾਵੇ। ਠਾਕਰ ਦੀ ਸੇਵਾ ਕਰ ਰਹੇ ਆ, ਠਾਕਰ ਕੋਲੋਂ ਜੋ ਮੰਗੋ ਮਿਲ ਜਾਂਦਾ। ਕਹਿੰਦੇ ਅੱਛਾ, ਠਾਕਰ ਕੋਲੋਂ ਫਿਰ ਵਾਹੀ ਕਰਾਉਂਦੇ ਆ। ਗੱਜ ਕੇ ਆਖੋ ਵਾਹਿਗੁਰੂ। ਸੇਵਾ ਕਰਦੇ ਵਾਹੀ ਕਰਾਉਂਦੇ ਠਾਕਰ ਕੋਲੋਂ। ਜ਼ਮੀਨ ਬੰਜਰ ਸੀਗੀ ਧੰਨਾ ਜੀ ਦੀ ਜੀ। ਬਸ ਕਹਿਣ ਲੱਗੇ ਲਿਆ ਠਾਕਰ ਮੈਨੂੰ ਦੇ ਦੇ। ਉਹਨੇ ਮਿਰਚ ਘੋਟਣ ਵਾਲਾ ਜਿਹੜਾ ਪੱਥਰ ਸੀਗਾ ਉਹ ਦੇ ਦਿੱਤਾ ਜੀ। ਧੰਨਾ ਜੀ ਨੇ ਉਹਨੂੰ ਪਰਮੇਸ਼ਰ ਕਰਕੇ ਪੂਜਿਆ ਜੀ। ਰੱਖ ਕੇ ਬਹਿ ਗਏ ਵੀ ਖਾ ਰੋਟੀ, ਕਹਿਣ ਲੱਗੇ ਜੇ ਤੂੰ ਖਾਏਗਾ ਤੇ ਮੈਂ ਖਾਣੀ, ਉਹਨਾਂ ਚਿਰ ਮੈਂ ਵੀ ਨਹੀਂ ਖਾਣੀ। ਪਰਮੇਸ਼ਰ ਜੀ ਫਿਰ ਗੁਸਾਈ ਪ੍ਰਤੱਖ ਹੋਇਆ ਆ, ਚਾਹੇ ਰੋਟੀ ਨੂੰ ਭੋਗ ਲਗਾਵੇ। ਰੱਬ ਜੀ ਪ੍ਰਤੱਖ ਸਰੀਰ ਧਾਰਨ ਕਰਕੇ ਬੈਠੇ ਤੇ ਉਹ ਲੱਸੀ ਵੀ ਪੀਤੀ ਜੀ। ਛਾਏ ਨਾਮ ਲੱਸੀ ਦਾ ਹੈ ਜੀ। ਰੋਟੀ ਵੀ ਖਾਧੀ, ਪ੍ਰਸ਼ਾਦਾ ਵੀ ਛਕਿਆ ਜੀ। ਭੋਲਾ ਭਾਵੋ ਗੋਬਿੰਦ ਮਿਲਾਵੇ। ਭੋਲੇ ਭਾਵ ਉਹਨਾਂ ਨੇ ਵਾਹਿਗੁਰੂ ਦਾ ਭਜਨ ਕੀਤਾ, ਭਗਤੀ ਕੀਤੀ, ਸਿਮਰਨ ਕੀਤਾ। ਵੱਡੀ ਪ੍ਰਾਪਤੀ ਹੋਈ ਉਹਨਾਂ ਨੂੰ। ਅਬਿਨਾਸੀ ਵਾਹਿਗੁਰੂ ਦੀ ਪ੍ਰਾਪਤੀ ਹੋਈ। ਫਿਰ ਉਹਨਾਂ ਬਾਣੀ 'ਚ ਲਿਖਿਆ, ਬੰਦਿਆ ਰੋਜੀ ਰੋਟੀ ਦੀ ਫਿਕਰ ਨਾ ਕਰਿਆ ਕਰ। ਕਹਿੰਦੇ ਸਾਨੂੰ ਬੜੀ ਫਿਕਰ ਹੁੰਦੀ ਜੀ, ਸਾਰਿਆਂ ਨੂੰ। ਗੱਜ ਕੇ ਆਖੋ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਚਿੰਤਾ ਨਾ ਕਰ, ਚਿੰਤਾ ਵਾਹਿਗੁਰੂ ਨੂੰ। ਕਹਿੰਦੇ ਪਾਖਣ ਕੀਟ ਗੁਪਤ ਹੋਏ ਰਹਿਤਾ, ਤਾ ਚੋ ਮਾਰਗ ਨਾਹੀ। ਕਹਿੰਦੇ ਵੇਖ ਪੱਥਰ 'ਚ ਕੀੜਾ ਗੁਪਤ ਬੈਠਾ ਹੈ, ਅੰਦਰ ਹੈ, ਕੋਈ ਬਾਹਰ ਆਉਣ ਦਾ, ਬਾਹਰ ਜਾਣ ਦਾ, ਅੰਦਰ ਆਉਣ ਦਾ ਰਾਹ ਨਹੀਂ ਹੈਗਾ। ਉੱਥੇ ਉਹਦਾ ਜਨਮ ਹੋਇਆ। ਉੱਥੇ ਵੀ ਵਾਹਿਗੁਰੂ ਨੇ ਉਹਦੇ ਛਕਣ ਵਾਸਤੇ ਪ੍ਰਬੰਧ ਕੀਤਾ। ਤੇਰਾ ਕਿਉਂ ਨਹੀਂ ਪ੍ਰਬੰਧ ਕਰੇਗਾ? ਉਹਦਾ ਨਾਮ ਜਪਿਆ ਕਰ, ਕਹਿਣ ਲੱਗੇ। ਹਾਂਜੀ, ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਮਿਹਰ ਕਰਨ। ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜਕ ਆਗਿਆ ਕਰ ਧਰਿਆ। ਬਾਣੀ ਵੀ ਕਹਿ ਰਹੀ ਹੈ ਜੀ। ਸਤਿਗੁਰੂ ਮਿਹਰਾਂ ਕਰਨ। ਭਗਤ ਜੀ ਦੇ ਜਨਮ ਦਿਨ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਆਖੋ ਧੰਨ ਧੰਨ ਭਗਤ ਧੰਨਾ ਜੀ। ਧੰਨ ਧੰਨ ਭਗਤ ਧੰਨਾ ਜੀ। ਧੰਨ ਧੰਨ ਭਗਤ ਧੰਨਾ ਜੀ। ਧੰਨ ਧੰਨ ਭਗਤ ਧੰਨਾ। ਧੰਨ ਧੰਨ ਭਗਤ ਧੰਨਾ ਜੀ। ਧੰਨ ਧੰਨ ਭਗਤ ਧੰਨਾ। ਧੰਨ ਧੰਨ ਭਗਤ ਧੰਨਾ ਜੀ। ਧੰਨ ਧੰਨ ਭਗਤ ਧੰਨਾ ਜੀ। ਕਿੱਥੇ ਜਨਮ ਹੋਇਆ ਜੀ ਉਹਨਾਂ ਦਾ? ਹਾਂਜੀ, ਰਾਜਸਥਾਨ, ਕੋਟੇ। ਹਾਂਜੀ, ਦੁਨੀਆ 'ਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼, ਉੱਥੇ ਭਗਤ ਧੰਨਾ ਜੀ ਨੂੰ ਯਾਦ ਕੀਤਾ ਜਾਂਦਾ ਜੀ। ਕਿੰਨੀਆਂ ਥਾਵਾਂ ਤੇ ਅਖੰਡ ਪਾਠ ਸਾਹਿਬ ਹੋ ਰਹੇ, ਧੰਨਾ ਜੀ ਦੀ ਬਾਣੀ ਪੜ੍ਹੀ ਜਾ ਰਹੀ ਜੀ। ਵਾਹਿਗੁਰੂ ਜੀ ਦੇ ਨਾਮ ਦਾ ਪ੍ਰਤਾਪ। ਮਹਾਰਾਜ ਜੀ ਮਿਹਰਾਂ ਕਰਨ। ਭੁੱਲਾਂ ਚੁੱਕਾਂ ਦੀ ਆਪ ਜੀ ਸਮੂਹ ਸੰਗਤ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਕਹੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ